सतनाम वाहेगुरु साहिब जीओ। श्री राग महला तीजा। घर ही सौदा पाईऐ, अंतर सब बथ होए। खिन खिन नाम संभालीऐ, गुरमुख पावै कोय। घर ही सौदा पाईऐ, अंतर सब बथ होए। खिन खिन नाम संभालीऐ, गुरमुख पावै कोय। नाम निधान अखुट है, बड़ भाग प्राप्त होए। मेरे मन तज निंदा हउमै अहंकार। हर जियो सदा त्याए तू, गुरमुख एकंकार। रहाओ गुरमुखां के मुख उजले, गुर शब्दी विचार। हलत पलत सुख पाएंदे, जप जप हृदय मुरार। घर ही बिच महल पाया, गुर शब्दी विचार। सतगुर ते जो मुँह फेरहि, मत्थे तिन काले। अन दिन दुख कमामदे, नित जोहे जम जाले। सुपनै सुख ना देखनी, बहु चिंता पर जाले। सबना का दाता एक है, आपे बख्श करे। कहना किछु ना जावै, जिस भावै तिस दे। नानक गुरमुख पाईऐ, आपे जानै सोए। नानक गुरमुख पाईऐ, आपे जानै सोए। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं करिए एकागर। करिए रसना पवित्र ते बोलीए सारे। वाहिगुरु जी का खालसा, वाहिगुरु जी की फतेह। गुरमुख प्यारिओ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਸੰਗ ਕਰਨ ਦੇ ਨਾਲ ਮਨੁੱਖ ਨੂੰ ਅਕਲ ਆਉਂਦੀ ਆ, ਮੱਤ ਆਉਂਦੀ ਆ, ਗਿਆਨ ਆਉਂਦਾ। ਮਨੁੱਖ ਆਪਣੇ ਅੰਦਰ ਨੂੰ ਚਲਿਆ ਜਾਂਦਾ। ਆਪਣੇ ਅੰਦਰ ਪਏ ਹੋਏ ਨੁਕਸਾਂ ਨੂੰ, ਆਪਣੇ ਅੰਦਰਲੀ ਕਾਲਖ ਨੂੰ ਜਦ ਮਨੁੱਖ ਦੇਖ ਲੈਂਦਾ ਤਾਂ ਫਿਰ ਇਹਨੂੰ ਧੋਣ ਦੀ ਕੋਸ਼ਿਸ਼ ਕਰਦਾ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਚੜ੍ਹ ਜਾਵੇ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਜੇ ਕਿਤੇ ਮਨੁੱਖ ਨੂੰ ਨਾਮ ਦਾ ਰੰਗ ਚੜ੍ਹ ਜਾਵੇ, ਮਨੁੱਖ ਪਰਮਾਤਮਾ ਦਾ ਰੂਪ ਹੋ ਸਕਦਾ। ਜਿਵੇਂ ਕਹਿੰਦੇ ਹੁੰਦੇ ਆ ਬਈ ਮੂਰਤੀ ਘਾੜੇ ਨੂੰ ਕਿਹਾ ਜਾਂਦਾ, ਮੂਰਤੀ ਘਾੜਾ ਮੂਰਤੀ ਬਣਾਉਂਦਾ ਤਾਂ
ਕਿਸੇ ਨੇ ਕਿਹਾ ਮੂਰਤੀ ਘਾੜੇ ਨੂੰ ਵੀ ਬਹੁਤ ਸੋਹਣੀ ਮੂਰਤੀ ਬਣਾਤੀ। ਮੂਰਤੀ ਘਾੜਾ ਜਿਹੜਾ ਹੱਸ ਕੇ ਕਹਿਣ ਲੱਗਿਆ, ਕਹਿੰਦਾ ਮੂਰਤੀ ਤਾਂ ਇਹਦੇ ਵਿੱਚ ਹੀ ਸੀ, ਬਸ ਵਾਧੂ ਸਮਾਨ ਮੈਂ ਹਟਾ ਦਿੱਤਾ, ਅੰਦਰੋਂ ਸੋਹਣੀ ਮੂਰਤ ਨਿਕਲਿਆਈ। ਇਸੇ ਤਰ੍ਹਾਂ ਮਨੁੱਖ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ ਤੇ ਰੰਗ ਮਾਣ ਪਿਆਰਿਆ। ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਗੁਰੂ ਦੀ ਮੱਤ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ ਅਸੀਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਰਮ ਕਾਂਡਾਂ ਦੇ ਵਿੱਚ ਫਸ ਕੇ, ਤਿੰਨਾਂ ਗੁਣਾਂ ਦੇ ਵਿੱਚ ਫਸ ਕੇ ਅਸੀਂ ਸਾਰੀ ਉਮਰ ਠੇਡੇ ਖਾਂਦੇ ਰਹਿੰਦੇ ਹਾਂ। ਅਤੇ ਜਿੰਨਾ ਸਮਾਂ ਸਾਨੂੰ ਇਹ ਧਰਤੀ 'ਤੇ ਪ੍ਰਾਪਤ ਹੁੰਦਾ, ਸਰੀਰਕ ਰੂਪ ਦੇ ਵਿੱਚ ਰਹਿੰਦੇ ਹਾਂ, ਅਸੀਂ ਦੁੱਖਾਂ ਤਕਲੀਫਾਂ ਦੇ ਵਿੱਚ ਹੀ ਉਹ ਸਮਾਂ ਕੱਟ ਕੇ ਇੱਥੋਂ ਚਲੇ ਜਾਂਦੇ ਹਾਂ। ਜਦ ਕਿ ਜੇ ਮਨੁੱਖ ਗੁਰੂ ਨਾਲ ਜੁੜ ਜਾਵੇ, ਗੁਰੂ ਤੋਂ ਭਾਵ ਵੀ ਕੀ ਹੈ? ਗੂ ਤੋਂ ਭਾਵ ਹਨੇਰਾ ਅਤੇ ਰੂ ਤੋਂ ਭਾਵ ਚਾਨਣ। ਜੇ ਮਨੁੱਖ ਗੁਰਬਾਣੀ ਨਾਲ ਜੁੜ ਕੇ ਆਪਣੇ ਅੰਦਰ ਚਾਨਣ ਕਰ ਲਵੇ, ਗੁਰੂ ਦਾ ਸਿੱਖ ਬਣ ਜਾਵੇ, ਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਵੇ, ਤਾਂ ਇਹ ਆਪਣਾ ਜੀਵਨ ਆਨੰਦਿਤ ਬਣਾ ਸਕਦਾ। ਦੋ ਹੀ ਗੱਲਾਂ, ਧਰਮੀ ਹੋਣਾ, ਇੱਕ ਮਾਇਆ ਦੇ ਵਾਸਤੇ 4 ਪੈਸੇ ਕਮਾਏ ਜਾਂਦੇ ਆ, ਇੱਕ ਧਰਮੀ ਹੋਣਾ ਹੈਗਾ ਰੱਬ ਦੀ ਪ੍ਰਾਪਤੀ ਵਾਸਤੇ। ਇਹ ਦੋਨਾਂ ਦੇ ਵਿੱਚ ਫਰਕ ਆ ਗੁਰਮੁਖ ਪਿਆਰਿਓ। ਜਿਸ ਤਰ੍ਹਾਂ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ, ਜਿਵੇਂ ਗਿਆਨ ਅਤੇ ਜਾਣਕਾਰੀ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ, ਪਰ ਬਹੁਤ ਫਰਕ ਆ। ਜਾਣਕਾਰੀ ਹੈ ਕਿ ਕੇਲੇ ਦਾ ਛਿਲਕਾ ਲਾ ਕੇ ਖਾਇਆ ਜਾਂਦਾ ਹੈ, ਇਹ ਜਾਣਕਾਰੀ ਹੈ। ਇੱਕ ਨੇ ਕੇਲਾ ਖਾ ਲਿਆ, ਇਹ ਹੈ ਗਿਆਨ। ਇਸੇ ਤਰ੍ਹਾਂ ਗੁਰਮੁਖ ਆ ਜਿਹੜੇ, ਜਾਂ ਧਰਮੀ ਕਹਿ ਲਈਏ, ਇੱਕ ਆ ਜਿਹੜੇ ਮਾਇਆ ਦੇ ਵਾਸਤੇ ਆ, ਇੱਕ ਆ ਨਾਮ ਦੇ ਵਾਸਤੇ। ਅਤੇ ਜਿਵੇਂ ਆਪਾਂ ਉਦਾਹਰਨ ਇੱਕ ਲੈ ਲਈਏ ਵੀ ਕੋਈ ਬੰਦਾ ਤੁਰਿਆ ਜਾਂਦਾ ਸੀ, ਉਹਦੇ ਚਿੱਟੇ ਕੱਪੜੇ ਪਾਏ ਸੀ, ਸਵੇਰ ਵੇਲੇ ਉਹ ਰੱਬ ਦਾ ਨਾਮ ਲੈਂਦਾ, ਚੋਗਾ ਖਿਲਾਰਦਾ ਜਾਂਦਾ ਸੀ। ਜਦੋਂ ਚੋਗਾ ਖਿਲਾਰਦਾ ਜਾਂਦਾ ਸੀ ਤਾਂ ਪੰਛੀ ਚੁਗੀ ਜਾਂਦੇ ਸੀ, ਸਾਰੇ ਕਹਿੰਦੇ ਵੀ ਬਹੁਤ ਧਰਮੀ ਬੰਦਾ ਭਾਈ। ਮਗਰੋਂ ਉਹ ਚੋਗਾ ਖਿਲਾਰ ਕੇ ਉਹਨੇ ਕੀ ਕੀਤਾ, ਉਹਨਾਂ ਪੰਛੀਆਂ 'ਤੇ ਜਾਲ ਸਿੱਟ ਲਿਆ, ਜਾਲ ਸਿੱਟ ਕੇ ਤੇ ਆਪਣੀ ਮਗਰੀ ਮਾਰ ਕੇ ਤੁਰਦਾ ਬਣਿਆ। ਅਤੇ ਦੂਜਾ ਵੀ ਉਹੋ ਜਿਹਾ ਹੀ ਸੀਗਾ, ਉਹ ਵੀ ਆਉਂਦਾ ਸੀ, ਉਹ ਉਸੇ ਤਰ੍ਹਾਂ ਹੀ ਚਿੱਟੇ ਕੱਪੜੇ ਪਾਏ ਸੀ, ਉਸੇ ਤਰ੍ਹਾਂ ਹੀ ਧਰਮੀ ਲੱਗਦਾ ਸੀ, ਉਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਦਾ ਸੀ, ਉਸੇ ਤਰ੍ਹਾਂ ਹੀ ਉਹ ਦਾਣਾ ਸਿੱਟਦਾ ਸੀ, ਪਰ ਇੱਕ ਫਰਕ ਸੀ, ਉਹਦੇ 'ਚ ਉਹ ਜਾਲ ਨਹੀਂ ਪਾਉਂਦਾ ਸੀ, ਆਪਣੇ ਪਿੱਛੇ ਨਹੀਂ ਲਾਉਂਦਾ ਸੀ। ਇਸੇ ਤਰ੍ਹਾਂ ਗੁਰਮੁਖ, ਜਿਹੜਾ ਗੁਰਮੁਖ ਹੋਇਆ ਅਸਲੀ ਸੱਚਾ ਗੁਰਮੁਖ ਆ ਭਾਈ, ਉਹ ਗੁਰੂ ਦੇ ਲੜ ਲਾਏਗਾ ਤੁਹਾਨੂੰ, ਵੀ ਗੁਰਬਾਣੀ ਦੇ ਲੜ ਲੱਗੋ। ਜਿਹੜੇ ਨਕਲੀ ਹੋਏ, ਮਾਇਆ ਵਾਲੇ ਹੋਏ, ਉਹ ਭਾਈ ਇੱਧਰਲੇ ਪਾਸੇ ਲਾਉਣਗੇ। ਜੇ ਗੁਰੂ ਨਾਲ ਨਾ ਜੁੜੇ ਅਸੀਂ, ਫਿਰ ਸਾਡਾ ਜੀਵਨ ਸਾਰਾ ਬਰਬਾਦ ਆ। ਅਤੇ ਜੇ ਗੁਰੂ ਨਾਲ ਜੁੜ ਗਏ, ਗੁਰੂ ਨਾਲ ਜੁੜ ਕੇ ਦੇਵਤੇ ਬਣ ਸਕਦੇ ਹਾਂ, ਅਸੀਂ ਆਪਣਾ ਆਵਾਗਮਨ ਖਤਮ ਕਰ ਸਕਦੇ ਹਾਂ। ਸਭ ਤੋਂ ਵੱਡਾ ਕੰਮ ਆ ਗੁਰੂ ਨਾਲ ਜੁੜਨਾ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਬੇਨਤੀ ਨਹੀਂ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਲੇ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਸੋ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ। ਇਸ ਕਰਕੇ ਮੈਂ ਕਹਿੰਦਾ ਕਿ ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਕਿਉਂਕਿ ਜਿਸ ਮਨੁੱਖ ਨੂੰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋ ਗਈਆਂ, ਉਹਨੂੰ ਸਮਝ ਲਓ ਸਬਰਨ ਦਾ ਮੌਕਾ ਮਿਲ ਗਿਆ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਇੱਕੋ ਹੀ ਨਿਸ਼ਾਨੀ ਹੈ ਕਿ ਮਨੁੱਖ ਨੂੰ ਚੰਗਾ ਗੁਰੂ ਮਿਲ ਜਾਵੇ, ਗਿਆਨ ਮਿਲ ਜਾਵੇ। ਅਤੇ ਅਸੀਂ ਕਰਮਾਂ ਵਾਲੇ ਤਾਂ ਸਿੱਖ ਕੌਮ, ਸਾਡੇ ਕੋਲ ਗਿਆਨ ਦੇ ਭੰਡਾਰੇ ਆ, ਗਿਆਨ ਦਾ ਖਜ਼ਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਵਾਂਗੇ ਤਾਂ ਅਸੀਂ ਬਚ ਜਾਵਾਂਗੇ, ਨਹੀਂ ਲੱਗਾਂਗੇ ਤਾਂ ਅਸੀਂ ਆਤਮਿਕ ਮੌਤੇ ਮਾਰੇ ਜਾਵਾਂਗੇ। ਜਿਉਂਦੇ ਰਹਾਂਗੇ ਸਮਾਂ ਉਨਾ ਹੀ ਭੋਗ ਕੇ ਜਾਵਾਂਗੇ। ਇੱਕ ਆਨੰਦ ਲੈ ਕੇ ਜਾਂਦੇ ਆ ਜੀਵਨ ਦਾ, ਇੱਕ ਦਿਨ ਕਟੀ ਕਰਦੇ ਆ ਭਾਈ ਨਾਨਕ ਭਗਤਾਂ ਸਦਾ ਵਿਗਾਸ। ਗੁਰੂ ਨਾਲ ਜੁੜ ਕੇ ਅਸੀਂ ਵਿਗਾਸ ਖੇੜਾ ਅੰਦਰ ਪੈਦਾ ਕਰਨਾ। ਗੁਰੂ ਤੋਂ ਬਿਨਾਂ ਦੇਖੋ ਸਾਰੇ ਹੀ ਠੀਕ ਆ, ਸਿਆਣੇ ਆ, ਜੋ ਵੀ ਕਿਸੇ ਨੂੰ ਮੰਨਦੇ ਆ, ਮੈਂ ਨਹੀਂ ਕਹਿੰਦਾ, ਸਾਰੇ ਆਪਣੇ ਆਪਣੇ ਗੁਰੂ ਨੂੰ ਮੰਨੋ ਭਾਈ, ਪਰ ਗੁਰ ਸਿੱਖ ਉਸ ਹੋ ਸਕਦਾ ਜਿਹੜਾ ਗੁਰੂ ਨਾਲ ਜੁੜਿਆ ਹੋਵੇ,
ਜਿਹੜਾ ਗੁਰਬਾਣੀ ਦੀ ਗੱਲ ਕਰਦਾ ਹੋਵੇ। ਅਸੀਂ ਗੁਰਸਿੱਖ ਬਣਨਾ, ਅਸੀਂ ਗੁਰੂ ਦੇ ਸਿੱਖ ਬਣਨਾ, ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣਨਾ ਅਤੇ ਉਹਨਾਂ ਦੇ ਨਾਲ ਜਿਹੜਾ ਸੰਗਤ ਕਰਨੀ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪ ਵੀ ਜੁੜੇ ਆ ਅਤੇ ਹੋਰਾਂ ਨੂੰ ਵੀ ਜੋੜਦੇ ਆ। ਦੂਜਿਆਂ ਤੋਂ ਅਸੀਂ ਪਾਸਾ ਵੱਟਣਾ ਭਾਈ, ਇਹੀ ਸਫਲਤਾ ਦੀ ਨਿਸ਼ਾਨੀ ਆ। ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨ ਲਵਾਂਗੇ, ਗੁਰੂ ਨੂੰ ਪਿਆਰ ਕਰਾਂਗੇ, ਜਿਹਨੂੰ ਅਸੀਂ ਪਿਆਰ ਕਰਦੇ ਹੁੰਦੇ ਆ ਨਾ, ਉਹਦੀ ਗੱਲ ਨੂੰ ਠੁਕਰਾਇਆ ਨਹੀਂ ਜਾ ਸਕਦਾ, ਉਹਦੀ ਹਰ ਗੱਲ ਮੰਨਣੀ ਪੈਂਦੀ ਹੈ ਮਨੁੱਖ ਨੂੰ। ਪਿਆਰ ਦੀ ਨਿਸ਼ਾਨੀਆਂ ਹੀ ਇਹ ਆ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਹਾਂ, ਤਾਂ ਗੁਰੂ ਦੀ ਹਰ ਗੱਲ ਮੰਨਣੀ ਪਵੇਗੀ, ਤਾਂ ਸਾਡਾ ਛੁਟਕਾਰਾ ਇਹ ਕਲਯੁਗ ਦੇ ਵਿੱਚੋਂ, ਤਿੰਨਾਂ ਗੁਣਾਂ ਦੇ ਵਿੱਚੋਂ ਹੋ ਸਕਦਾ। ਇਹ ਮਨੁੱਖ ਦੇ ਆਪ ਦੇ ਹੱਥ ਆ, ਆਪ ਹੀ ਮਨੁੱਖ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਇਹ ਕਾਜ ਸਵਾਰ ਸਕਦਾ। ਜਿਹੜੇ ਕਾਜ ਸਵਾਰ ਗਏ ਉਹ ਕਰਮਾਂ ਵਾਲੇ, ਭਾਗਾਂ ਵਾਲੇ। ਦੂਜੇ ਆ ਜਿਹੜੇ ਉਹ ਸਮਾਂ ਬਰਬਾਦ ਕਰਕੇ ਆਪਣਾ ਚਲੇ ਗਏ, ਭਟਕਣਾ ਦੇ ਵਿੱਚ ਆ ਅਤੇ ਜੰਮਦੇ ਮਰਦੇ ਰਹਿਣਗੇ। ਗੁਰੂ ਪਿਤਾ ਜੀ ਇਹੀ ਸਮਝਾ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸ੍ਰੀ ਰਾਗ ਮਹੱਲਾ ਤੀਜਾ। ਇਹ ਸ਼ਬਦ ਪਵਿੱਤਰ ਸ਼ਬਦ ਜੋ ਸ੍ਰੀ ਰਾਗ ਦੇ ਵਿੱਚ ਹੈ, ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 29 ਅੰਗ ਉੱਪਰ ਸੁਭਾਇਮਾਨ ਹੈ। ਘਰ ਹੀ ਸੌਦਾ ਪਾਈਐ। ਪਹਿਲੀ ਪੰਕਤੀ ਦੇ ਵਿੱਚ ਸਾਨੂੰ ਕੀ ਸਮਝਾਇਆ ਜਾ ਰਿਹਾ? ਇੱਕ ਗੱਲ ਧਿਆਨ ਰੱਖਣੀ ਹੈ ਭਾਈ, ਜੇ ਗੁਰਬਾਣੀ ਤੋਂ ਫਾਇਦਾ ਲੈਣਾ ਤਾਂ ਇਹ ਸਮਝੋ ਕਿ ਮੈਨੂੰ ਸਮਝਾਇਆ ਜਾ ਰਿਹਾ, ਹੁਣ ਸਮਝਾਇਆ ਜਾ ਰਿਹਾ। ਇਸ ਸ਼ਬਦ ਤੋਂ ਮੈਂ ਹੁਣ ਕੀ ਲਾਹਾ ਲੈ ਸਕਦਾ ਹਾਂ? ਨਹੀਂ ਤਾਂ ਆਮ ਵਿਆਖਿਆ ਜਾਂ ਪਿੱਛੇ ਦੀ ਕਰ ਦਿੱਤੀ ਜਾਂਦੀ ਹੈ ਅਤੇ ਜਾਂ ਅੱਗੇ ਦੀ ਕਰ ਦਿੱਤੀ ਜਾਂਦੀ ਹੈ। ਅਗਰ ਪ੍ਰੈਜੈਂਟ ਨਾ ਸਵਰਿਆ ਤਾਂ ਭਵਿੱਖ ਨਹੀਂ ਸਵਰੇਗਾ। ਜੋ ਅਸੀਂ ਕੱਲ੍ਹ ਕੀਤਾ ਉਹ ਅੱਜ ਸਾਡੇ ਸਾਹਮਣੇ ਆ, ਜੋ ਅਸੀਂ ਅੱਜ ਕਰ ਰਹੇ ਹਾਂ ਜਾਂ ਕਰਾਂਗੇ ਉਹ ਅੱਗੇ ਆਏਗਾ। ਇਹੀ ਸਭ ਤੋਂ ਵੱਡਾ ਨੁਕਤਾ, ਇਹੀ ਸਭ ਤੋਂ ਵੱਡਾ ਗਿਆਨ ਆ। ਇਸੇ ਕਰਕੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਬਾਨ ਮਹਿ, ਸਿਰ ਨੀਵਾਂ ਕਰ ਦੇਖ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਆਪਣੇ ਆਪ 'ਤੇ ਆ ਗਿਆ, ਜਿਹੋ ਜਿਹੀ ਸੰਗਤ ਕਰਾਂਗੇ ਉਹੋ ਜਿਹਾ ਫਲ ਪ੍ਰਾਪਤ ਹੋ ਜਾਵੇਗਾ। ਉਹਦੇ ਨਿਯਮਾਂ ਨੂੰ ਕੋਈ ਨਹੀਂ ਬਦਲ ਸਕਦਾ, ਕੋਈ ਨਹੀਂ ਤਬਦੀਲ ਕਰ ਸਕਦਾ, ਗੁਰਬਾਣੀ ਨੂੰ ਵੀ ਨਹੀਂ ਬਦਲਿਆ ਜਾ ਸਕਦਾ। ਬਹੁਤ ਲੋਕ ਆ ਜਿਹੜੇ ਗੁਰਬਾਣੀ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲੈ ਲੈਂਦੇ ਆ, ਪਰ ਖਾਨਦਾਨਾਂ ਦੇ ਖਾਨਦਾਨ ਬਰਬਾਦ ਹੋ ਜਾਂਦੇ ਆ। ਰੱਬ ਦਾ ਰੂਪ ਆ ਗੁਰਬਾਣੀ ਭਾਈ, ਹਾਜ਼ਰ ਤੇ ਨਾਜ਼ਰ ਕਹਿੰਦੇ ਆ। ਹਾਜ਼ਰ ਦਾ ਮਤਲਬ ਆ ਹਾਜ਼ਰ ਆ, ਅਤੇ ਨਾਜ਼ਰ ਦਾ ਮਤਲਬ ਆ ਨਜ਼ਰ ਵੀ ਰੱਖੀ ਹੋਈ ਹੈ। ਫਿਰ ਗੁਰਬਾਣੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਡੇ ਸਭ ਦੇ ਵਾਸਤੇ ਬਹੁਤ ਜ਼ਰੂਰੀ ਹੈ। ਫਿਰ ਹੀ ਗੁਰਬਾਣੀ ਨੂੰ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ। ਪਹਿਲੀ ਗੱਲ ਕੀ ਸਮਝਾਈ ਜਾ ਰਹੀ ਹੈ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰ ਹੀ ਆ ਤੀਰਥ ਭਾਈ, ਘਰ ਹੀ ਸੌਦਾ ਪਾਈਐ। ਸਾਨੂੰ ਕੀ ਸਮਝਾਇਆ ਜਾ ਰਿਹਾ ਸਿੱਖਾਂ ਨੂੰ? ਭਾਈ ਘਰੋਂ ਬਾਹਰ ਨਹੀਂ ਜਾਣਾ, ਘਰ ਦੇ ਵਿੱਚ ਹੀ, ਨਗਰ ਦੇ ਵਿੱਚ ਹੀ ਬੈਠ ਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਘਰ ਦੇ ਵਿੱਚ ਬੈਠ ਕੇ ਗੁਰਮੁਖ ਪਿਆਰਿਆਂ ਤੋਂ ਸਿੱਖਿਆ ਲੈਣੀ ਹੈ, ਸੋਝੀ ਲੈਣੀ ਹੈ, ਕਿਉਂਕਿ ਗੁਰਬਾਣੀ ਦਾ ਹੀ ਪ੍ਰਚਾਰ ਪ੍ਰਸਾਰ ਆ ਸਾਰਾ। ਗੁਰੂ ਦੁਆਰੇ ਦਾ ਮਤਲਬ ਹੀ ਇਹ ਆ ਵੀ ਉੱਥੋਂ ਸਾਨੂੰ ਸੋਝੀ ਪ੍ਰਾਪਤ ਹੋਵੇ। ਅਸੀਂ ਟਿਕਣਾ, ਭਟਕਣਾ ਦੇ ਵਿੱਚ ਨਹੀਂ ਪੈਣਾ, ਟੱਪਣਾ ਨੱਚਣਾ ਨਹੀਂ, ਇੱਧਰ ਉੱਧਰ ਨਹੀਂ ਜਾਣਾ। ਕਿਸੇ ਧਰਮ 'ਚ ਕਿਹਾ ਵੀ ਘੁੰਮ ਕੇ ਰੱਬ ਮਿਲਦਾ, ਕਿਸੇ 'ਚ ਕਿਹਾ ਨੱਚ ਟੱਪ ਕੇ ਮਿਲਦਾ, ਕਿਸੇ ਧਰਮ 'ਚ ਕਿਵੇਂ ਕਿਹਾ, ਕਿਸੇ 'ਚ ਕਿਵੇਂ ਕਿਹਾ। ਸਾਨੂੰ ਕੀ ਸਮਝਾਇਆ ਜਾ ਰਿਹਾ? ਟਿਕ ਕੇ ਬਹਿਣਾ, ਗੁਰੂ ਦਾ ਗਿਆਨ ਸਰਵਣ ਕਰਨਾ, ਜਿਵੇਂ ਸਕੂਲ ਦੇ ਵਿੱਚ ਨਾਲ, ਕਿਉਂਕਿ ਗੁਰਬਾਣੀ ਦਾ ਜੋ ਵੀ ਹੈ ਲੌਜਿਕ ਉਹ ਸਾਹਮਣੇ ਆ ਸਭ ਦੇ। ਇੱਕ ਬੱਚਾ ਪੜ੍ਹੇਗਾ ਸਕੂਲ ਦੇ ਵਿੱਚ, ਟੀਚਰ ਦੀ ਗੱਲ ਸੁਣੇਗਾ ਤਾਂ ਕਿੱਥੇ ਚਲਿਆ ਜਾਵੇਗਾ? ਇੱਕ ਚਪੜਾਸੀ ਘੰਟੀ ਵਜਾ ਕੇ ਮੁੜਿਆ ਆਵੇਗਾ ਤਾਂ ਉਹ ਗਿਆਨਵਾਨ ਨਹੀਂ ਹੋਵੇਗਾ, ਉੱਥੇ ਹੀ ਰਹੇਗਾ। 20 ਸਾਲ ਉਹ ਵੀ ਸਕੂਲ 'ਚ ਰਿਹਾ ਅਤੇ 20 ਸਾਲ ਬੱਚਾ ਵੀ ਸਕੂਲ 'ਚ ਰਿਹਾ, ਅਤੇ ਬੱਚਾ
ਕਿੱਥੇ ਪਹੁੰਚ ਗਿਆ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਿੱਖਾਂ ਦਾ ਸਿਲੇਬਸ ਆ ਗੁਰਮੁਖ ਪਿਆਰਿਓ। ਇਹ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਸਮਝਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਘਰ ਹੀ ਸੌਦਾ ਪਾਈ ਹੈ ਅੰਤਰ ਸਭ ਵੱਥ ਹੋਏ। ਪਹਿਲੀ ਗੱਲ ਤਾਂ ਬਾਹਰਲੀ ਭਟਕਣਾ ਤੋਂ ਰੋਕਿਆ ਭਾਈ। ਘਰ ਹਿਰਦੇ ਘਰ ਦੇ ਵਿੱਚ ਹੀ ਸਾਡੇ ਸਾਰਾ ਕੁਝ ਆ। ਗਿਆਨ ਲੈਣਾ, ਗਿਆਨ ਦੇ ਨਾਲ ਅੰਦਰ ਚਾਨਣ ਕਰਨਾ, ਅੰਦਰ ਪ੍ਰਕਾਸ਼ ਕਰਨਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਅੰਦਰ ਹੀ ਸੂਰਜ ਆ, ਅੰਦਰ ਹੀ ਚੰਦਰਮਾ ਤੇ ਅੰਦਰ ਹੀ ਜਿਹੜੇ ਤਾਰੇ ਆ, ਅੰਦਰ ਹੀ ਨਦੀਆਂ ਨਾਲੇ ਵਗ ਰਹੇ ਆ। ਇਸ ਧਿਆਨ ਗਿਆਨ ਦੇ ਨਾਲ ਅਸੀਂ ਅੰਦਰ ਨੂੰ ਜਾਣਾ ਭਾਈ। ਪਹਿਲਾਂ ਸੁਰਤੀਆਂ ਬਿਰਤੀਆਂ ਖਿੰਡੀਆਂ ਹੋਈਆਂ ਬਾਹਰੋਂ ਰੋਕਣੀਆਂ। ਘਰ ਹੀ ਸੌਦਾ ਪਾਈਐ ਅੰਤਰ ਅੰਦਰ ਸਭ ਬੱਥ ਹੋਏ। ਸਾਰਾ ਗਿਆਨ ਧਿਆਨ ਸ਼ੁਭ ਗੁਣ ਤੇਰੇ ਅੰਦਰ ਆ। ਐ ਮਨੁੱਖ ਤੂੰ ਬਾਹਰ ਭੱਜਿਆ ਫਿਰਦਾ, ਬਾਹਰਲੇ ਕੰਮਾਂ 'ਚ ਤੁਰਿਆ ਫਿਰਦਾ। ਗੁਰੂ ਜੀ ਤੈਨੂੰ ਕਹਿੰਦੇ ਆ ਵੀ ਅੰਦਰ ਆ ਸਾਰਾ ਕੁਝ। ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ। ਖਿਨ ਖਿਨ ਇੱਕ ਥੋੜ੍ਹਾ ਸਮਾਂ ਵੀ ਨਾਮ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ। ਨਾਮ ਦਾ ਅਰਥ ਕੀ ਹੈ ਫਿਰ? ਪਰਮਾਤਮਾ ਵਾਹਿਗੁਰੂ ਅਕਾਲ ਪੁਰਖ। ਜਦੋਂ ਉਹਦੀ ਜੋਤ ਨਿਕਲ ਗਈ ਸਮਝ ਲਓ ਖਤਮ। ਸਾਰੇ ਥਾਵਾਂ 'ਤੇ ਉਹ ਪਰਮਾਤਮਾ ਅਤੇ ਸਾਰੇ ਥਾਵਾਂ 'ਤੇ ਪਰਮਾਤਮਾ ਦਾ ਨਾਮ ਆ। ਇੱਕ ਅਸੀਂ ਖਿਨ ਪਲ ਸਾਨੂੰ ਕਿਹਾ ਥੋੜ੍ਹਾ ਸਮਾਂ ਵੀ ਤੂੰ ਨਾਮ ਤੋਂ ਬਿਨਾਂ ਗਿਆਨ ਤੋਂ ਬਿਨਾਂ ਗੁਜ਼ਾਰਨਾ ਨਹੀਂ ਭਾਈ। ਇਹ ਗਿਆਨ ਪ੍ਰਾਪਤ ਕਰਨਾ ਸੰਭਾਲਣਾ। ਪਰ ਗੁਰਮੁਖ ਪਾਵੈ ਕੋਏ। ਨਾਲ ਇਹ ਵੀ ਕਿਹਾ ਵੀ ਜਿਹੜਾ ਗੁਰਮੁਖ ਹੋਵੇਗਾ ਉਹ ਪਾਵੇਗਾ। ਕੋਈ ਕੋਈ ਗੁਰਮੁਖ ਹੋਵੇਗਾ, ਸਾਰੇ ਗੁਰਮੁਖ ਨਹੀਂ ਆ ਅਸੀਂ। ਇਹ ਭੁਲੇਖਾ ਕੱਢ ਦੋ ਵੀ ਕੱਪੜੇ ਪਾ ਕੇ ਗੁਰਮੁਖ ਬਣ ਜਾਂਦਾ, ਨਹੀਂ। ਗੁਰੂ ਦੇ ਮੁਤਾਬਕ ਚੱਲ ਕੇ ਮਨੁੱਖ ਗੁਰਮੁਖ ਬਣਦਾ। ਐਸਾ ਗੁਰਮੁਖ ਕੋਈ ਕੋਈ ਹੈ ਮਹਾਰਾਜ ਕਹਿੰਦੇ, ਜਿਹੜੇ ਖਿਨ ਖਿਨ ਨਾਮ ਸੰਭਾਲਦਾ, ਪੂਰਾ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ ਗੁਰੂ ਦੇ ਅੱਗੇ, ਗੁਰੂ ਦੀ ਹਰ ਗੱਲ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਲੈਂਦਾ। ਇਹੋ ਜਿਹਾ ਗੁਰਮੁਖ ਕੋਈ ਕੋਈ ਹੈ ਭਾਈ, ਭੁਲੇਖਾ ਨਾ ਖਾ ਜਿਓ। ਹੁਣ ਅਸੀਂ ਕੀ ਕਹਿੰਦੇ ਹਾਂ? ਅਸੀਂ ਗੁਰਮੁਖਾਂ ਦੇ ਪਿੱਛੇ ਲੱਗਣਾ। ਕਿਹੜਿਆਂ ਦੇ ਪਿੱਛੇ ਲੱਗਣਾ? ਹੁਣ ਇੱਥੇ ਤਾਂ ਲਿਖਿਆ ਕੋਈ ਕੋਈ ਹੈ, ਹੈਨ ਬਿਰਲੇ ਨਾ ਹੀ ਘਣੇ। ਇਸ ਕਰਕੇ ਸਾਰਾ ਕੁਝ ਛੱਡ ਕੇ ਪਹਿਲਾਂ ਗੁਰੂ ਦੇ ਲੜ ਲੱਗਣਾ ਭਾਈ। ਗੁਰਮੁਖ ਬਣਨਾ ਤਾਂ ਗੁਰੂ ਵੇਲੇ ਭਲਾ, ਗੁਰੂ ਦਾ ਗਿਆਨ ਸਾਡੇ ਕੋਲ ਆ। ਗੁਰੂ ਦੇ ਵੱਲ ਨੂੰ ਮੁੱਖ ਕਰਨਾ, ਗੁਰੂ ਦੇ ਨਾਲ ਜੁੜਨਾ, ਗੁਰਮੁਖ ਬਣਨਾ। ਪਰ ਬਣਦਾ ਕੋਈ ਕੋਈ ਆ। ਜ਼ਿਆਦਾ ਮਾਇਆ ਦੇ ਵਿੱਚ ਹੀ, ਬਾਹਰਲੇ ਕੰਮਾਂ ਦੇ ਵਿੱਚ ਹੀ ਜਿਹੜੇ ਆ ਲੋਕ ਫਸੇ ਰਹਿੰਦੇ ਆ। ਅੰਦਰ ਨੂੰ ਕੋਈ ਕੋਈ ਜਾਂਦਾ ਭਾਈ ਜਿਹੜਾ ਗੁਰੂ ਨਾਲ ਜੁੜਦਾ। ਨਾਮ ਨਿਧਾਨ ਅਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ। ਕੀ ਕਰੀਏ? ਕਰਮਾਂ ਦੀ ਮਾਰ ਪੈ ਜਾਂਦੀ ਹੈ। ਇਹਨੂੰ ਮਾੜੇ ਕਰਮ ਕਹਿੰਦੇ ਆ ਭਾਈ। ਜਿਹਦੇ ਕੋਲੇ ਗਿਆਨ ਹੋਵੇ, ਗਿਆਨ ਦਾ ਭੰਡਾਰ ਹੋਵੇ, ਉਹ ਮਨੁੱਖ ਗਿਆਨ ਨਾ ਲਵੇ, ਇਦੋਂ ਮਾੜੇ ਕਰਮ ਕੀ ਹੋ ਸਕਦੇ ਆ? ਇੱਕ ਮਨੁੱਖ ਕੋਲੇ ਪਾਣੀ ਪੀਣ ਵਾਲਾ ਭਰਿਆ ਪਿਆ ਹੋਵੇ ਪਰ ਮੂੰਹ ਨੂੰ ਛਿੱਕੜੀ ਲੱਗੀ ਹੋਵੇ, ਉਹ ਪਾਣੀ ਪੀ ਨਾ ਸਕਦਾ ਹੋਵੇ, ਇਦੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਸਾਡੇ ਮੂੰਹਾਂ ਨੂੰ ਕਰਮਕਾਂਡਾਂ ਦੀ ਛਿੱਕੜੀ ਲੱਗ ਗਈ। ਅਸੀਂ ਗੁਰਮੁਖਾਂ ਦੇ ਪਿੱਛੇ ਨਹੀਂ ਲੱਗਦੇ, ਅਸੀਂ ਦੇਖਣ ਨੂੰ ਗੁਰਮੁਖ ਲੱਗਦੇ ਆ। ਜੋ ਅੰਦਰੋਂ ਮਨਮੁਖ ਆ, ਜੋ ਗੁਰੂ ਤੋਂ ਉਲਟਾ ਤੇ ਗੁਰੂ ਤੋਂ ਪਾਸਾ ਵੱਟਦੇ ਆ, ਤੇ ਅਸੀਂ ਵੀ ਪਾਸਾ ਵੱਟਦੇ ਆ। ਜੇ ਗੁਰਮੁਖਾਂ ਦੇ ਨਾਲ ਜੁੜੀਏ ਤਾਂ ਗੁਰੂ ਵੱਲ ਨੂੰ ਸਾਡਾ ਮੂੰਹ ਹੋਵੇ। ਨਾਮ ਦਾ ਖਜ਼ਾਨਾ ਮਨੁੱਖ ਦੇ ਅੰਦਰ ਆ। ਬਹੁਤ ਵੱਡਾ ਨੁਕਸਾਨ ਮਨੁੱਖ ਦਾ ਹੋ ਰਿਹਾ ਗੁਰੂ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ। ਸਾਡੀ ਸਿੱਖ ਕੌਮ ਮਾਰੀ ਜਾ ਰਹੀ ਹੈ, ਲੁੱਟੀ ਜਾ ਰਹੀ ਹੈ। ਸਾਡੀ ਜਿਹੜੀ ਹੈ ਅੰਦਰਲੇ ਕਾਰਜ ਨਹੀਂ ਹੋ ਰਹੇ, ਸਾਨੂੰ ਮੁਕਤੀ ਨਹੀਂ ਮਿਲ ਰਹੀ। ਕਾਰਨ ਕੀ ਹੈ? ਅਸੀਂ ਗੁਰੂ ਤੋਂ ਟੁੱਟ ਗਏ, ਗੁਰਬਾਣੀ ਦੇ ਨੇੜੇ ਹੀ ਨਹੀਂ ਹੋਏ, ਗੁਰਮੁਖਾਂ ਦੀ ਗੱਲ ਹੀ ਨਹੀਂ ਸੁਣਦੇ। ਜੇ ਕੋਈ ਗੁਰਬਾਣੀ ਦੀ ਗੱਲ ਕਰਦਾ ਉਹਦੇ ਗਲ ਪੈਂਦੇ ਆ। ਆ ਹੋਇਆ ਨਾਮ ਨਿਧਾਨ ਅਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ। ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਭਾਈ ਨਾਮ ਦਾ ਖਜ਼ਾਨਾ। ਨਾਮ ਕਿੱਥੋਂ ਮਿਲਦਾ? ਗੁਰੂ ਤੋਂ। ਗੁਰੂ ਕੀ ਹੈ? ਗੁਰੂ ਗ੍ਰੰਥ ਸਾਹਿਬ, ਬਾਣੀ। ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਇਹ ਨਾਮ ਪੀਣਾ ਸੀ, ਗੁਰੂ ਨਾਲ ਜੁੜਨਾ ਸੀ, ਪਰ ਭਾਗ ਨਹੀਂ ਬਣੇ। ਮੈਂ ਹੱਥ ਜੋੜਦਾ, ਮੈਂ ਬੇਨਤੀ ਕਰਦਾ, ਹੁਣੇ ਹੀ ਜੁੜ ਜਾਓ ਭਾਈ। ਜੇ ਭਾਗ ਬਣਾਉਣੇ ਆ, ਜੇ ਭਾਗ ਉਦੇ ਕਰਨੇ ਆ, ਜੇ ਕਰਮ ਖੋਲ੍ਹਣੇ ਆ। ਇੱਥੇ ਪਤਾ ਨਹੀਂ ਮੈਂ ਕਿੰਨੀਆਂ ਕੁ ਸੂਹਣਾ ਤੇ ਉਹ ਜਿੰਦੇ ਚੱਕੇ ਆ, ਜਿਹੜੇ ਲੋਕ ਕਹਿੰਦੇ ਆ ਤੁਹਾਡੇ ਕਰਮ ਬੰਨੇ ਹੋਏ ਆ। ਐਂ ਜਿੰਦਿਆਂ ਨਾਲ ਕਰਮ ਨਹੀਂ ਖੁੱਲ੍ਹਦੇ, ਸੂਹਣਾ ਰੱਖ ਕੇ ਕਰਮ ਨਹੀਂ ਖੁੱਲ੍ਹਣੇ। ਕਰਮ ਖੁੱਲ੍ਹਣੇ ਆ ਤਾਂ ਆ ਜਾਓ, ਗੁਰੂ ਦੇ ਨਾਲ ਜੁੜੋ ਭਾਈ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ।
ਕਰਮ ਖੁੱਲ੍ਹ ਜਾਣਗੇ, ਵੱਡੇ ਭਾਗ ਹੋ ਜਾਣਗੇ ਜੇ ਗੁਰਮੁਖ ਬਣ ਜਾਣਗੇ। ਪਰ ਜੇ ਉੱਤੋਂ ਰਹਿ ਗਏ, ਸ਼ਕਲ ਭਾਵੇਂ ਜ਼ਿਆਦਾ ਗੁਰਮੁਖਾਂ ਵਾਲੀ ਹੋਵੇ, ਅੰਦਰੋਂ ਗੁਰੂ ਦੇ ਲੜ ਹੀ ਨਹੀਂ ਲੱਗੇ, ਗੁਰਬਾਣੀ ਦਾ ਪਤਾ ਹੀ ਨਹੀਂ ਕੀ ਹੈ ਕੀ ਨਹੀਂ, ਗੁਰਬਾਣੀ ਕੀ ਕਹਿ ਰਹੀ ਹੈ, ਫਿਰ ਭਾਗ ਮਾੜੇ ਆ ਭਾਈ। ਨਾਮ ਨਿਧਾਨ, ਨਾਮ ਦਾ ਖਜ਼ਾਨਾ ਐ ਮਨੁੱਖ ਤੇਰੇ ਅੰਦਰ ਪਿਆ, ਗੁਰੂ ਦੇ ਨਾਲ ਜੁੜ ਕੇ ਤੂੰ ਉਹ ਖਜ਼ਾਨਾ ਪ੍ਰਾਪਤ ਕਰ ਸਕਦਾ। ਮਗਰ ਲੱਗ ਗਿਆ ਜਿਹੜੇ ਗੁਰੂ ਦੇ ਨਾਲ ਖੁਦ ਨਹੀਂ ਜੁੜੇ, ਇਸ ਕਰਕੇ ਤੂੰ ਗੁਰੂ ਤੋਂ ਪਾਸੇ ਹੋ ਗਿਆ, ਇਸ ਕਰਕੇ ਉਹ ਖਜ਼ਾਨੇ ਤੋਂ ਵਾਂਝਾ ਹੋ ਗਿਆ। ਹੁਣ ਤੂੰ ਪਾਪੀ ਹੋ ਗਿਆ ਰੱਬ ਦੀ ਨਿਗਾਹ ਦੇ ਵਿੱਚ, ਹੁਣ ਬੰਨਿਆ ਜਾਏਗਾ, ਹੁਣ ਕੜਾਹੇ 'ਚ ਤਲਿਆ ਜਾਏਗਾ, ਹੁਣ ਮਾਰਿਆ ਜਾਏਗਾ ਮੇਰੇ ਮਨਾ। ਤੇ ਵੱਡੇ ਭਾਗਾਂ ਵਾਲੇ ਪ੍ਰਾਪਤ ਕਰਕੇ ਨਾਮ ਚਲੇ ਗਏ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ। ਇਸ ਕਰਕੇ ਐ ਮੇਰੇ ਮਨਾ, ਕਿਉਂ ਤੂੰ ਸਾਰੀ ਉਮਰ ਦੁਖੀ ਹੁੰਨਾ? ਇੱਕ ਵਾਰੀ ਜ਼ਿੰਦਗੀ ਮਿਲੀ ਆ, ਕਿਉਂ ਨਹੀਂ ਮੈਨੂੰ ਤੂੰ ਗੁਰੂ ਦੇ ਲੜ ਲੱਗਣ ਦਿੰਦਾ? ਹਾੜਾ ਮਿੰਤ ਵਾਲੀ ਗੱਲ ਆ, ਮੇਰੇ ਤੋਂ ਸਾਰਾ ਕੁਛ ਹੀ ਲੈ ਲਾ, ਪੈਸਾ ਧੇਲਾ ਵੀ ਲੈ ਜਾ, ਮੇਰਾ ਖਹਿੜਾ ਛੱਡ ਦੇ, ਮੈਨੂੰ ਗੁਰੂ ਦੇ ਲੜ ਲੱਗ ਲੈਣ ਦੇ ਭਾਈ। ਆਪਣੇ ਮਨ ਨੂੰ ਕਹਿਣਾ, ਮਨ ਤਜ ਨਿੰਦਾ। ਹੁਣ ਨਿੰਦਾ ਦੀ ਇੱਥੇ ਗੱਲ ਆ ਗਈ, ਤਜ ਨਿੰਦਾ, ਨਿੰਦਾ ਛੱਡਣ ਨੂੰ ਕਿਹਾ। ਨਿੰਦਾ ਹੁੰਦੀ ਕੀ ਹੈ? ਨਿੰਦਾ ਫੁੱਲ ਨੂੰ ਫੁੱਲ ਕਹਿਣਾ ਤੇ ਕੰਡੇ ਨੂੰ ਕੰਡਾ ਕਹਿਣਾ, ਕੀ ਇਹ ਨਿੰਦਿਆ? ਨਿੰਦਿਆ ਉਹ ਹੁੰਦੀ ਆ, ਹੋਵੇ ਤਾਂ ਬੰਦਾ ਫੁੱਲ, ਉਹਨੂੰ ਬਣਾ ਕੇ ਕੰਡਾ ਪੇਸ਼ ਕੀਤਾ ਜਾਵੇ, ਇਹ ਹੁੰਦੀ ਹੈ ਨਿੰਦਿਆ। ਬਾਕੀ ਮਨੁੱਖਤਾ ਤੋਂ, ਦੁਨੀਆ ਤੋਂ ਅਸੀਂ ਉੱਪਰ ਹਾਂ, ਇੱਕ ਦੂਜੇ ਦੀ ਸਾਰੇ ਹੀ ਕਰੀ ਜਾਂਦੇ ਆ, ਕੋਈ ਨਹੀਂ ਪਹੁੰਚਿਆ ਹੋਇਆ। ਇਸ ਕਰਕੇ ਅਸਲੀ ਨਿੰਦਿਆ ਦਾ ਭਾਵ ਕੀ ਹੈ? ਜਿਹੜਾ ਮੇਰਾ ਮਨ ਕਰਦਾ, ਜਿਹੜਾ ਮਨ ਨੂੰ ਸਮਝਾਇਆ ਜਾ ਰਿਹਾ, ਮਨ ਤਜ ਨਿੰਦਾ। ਅੱਗੇ ਕੀ ਆ? ਹਉਮੈ ਅਹੰਕਾਰ। ਇਹਦਾ ਮਤਲਬ ਨਿੰਦਾ ਕਰਨ ਦੇ ਨਾਲ ਤੇਰੇ ਅੰਦਰ ਹਉਮੈ ਤੇ ਹੰਕਾਰ ਆਉਂਦਾ। ਇਹਦਾ ਮਤਲਬ ਹਉਮੈ ਤੇ ਹੰਕਾਰ ਵਾਲਾ ਬੰਦਾ ਨਿੰਦਿਆ ਕਰਦਾ। ਹੁਣ ਹੋਰ ਖੁੱਲੂਗਾ ਗੱਲ ਵੀ ਜਿਹੜਾ ਹਉਮੈ ਤੇ ਹੰਕਾਰ ਵਾਲਾ ਬੰਦਾ, ਉਹ ਗੁਰੂ ਦੇ ਵੱਲ ਨੂੰ ਨਹੀਂ ਆਉਂਦਾ, ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਕਰਕੇ ਮਨ ਨਿੰਦਾ ਕਰਦਾ, ਪਾਸਾ ਵੜਦਾ। ਸਾਧੂ ਦੀ ਨਿੰਦਾ ਕਰਦਾ, ਸਾਧੂ ਦੇ ਬਚਨ ਨਹੀਂ ਸਰਵਣ ਕਰਦਾ। ਸੰਤ ਦੀ ਨਿੰਦਾ ਕਰਦਾ, ਗੁਰੂ ਸੰਤ ਦੇ ਬਚਨ ਨਹੀਂ ਸਰਵਣ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰਦਾ, ਕਿਉਂਕਿ ਗੁਰੂ ਦੇ ਬਚਨ ਨਹੀਂ ਸਰਵਣ ਕਰਦਾ, ਗੁਰਬਾਣੀ ਨੂੰ ਸਰਵਣ ਨਹੀਂ ਕਰਦਾ। ਇਸ ਕਰਕੇ ਮੇਰਾ ਮਨ ਨਿੰਦਿਆ ਕਰ ਰਿਹਾ। ਮੇਰੇ ਮਨਾ ਤਜ ਨਿੰਦਾ, ਨਿੰਦਾ ਛੱਡ ਦੇ। ਕੀ ਹੋਏਗਾ ਜੇ ਤੂੰ ਨਿੰਦਾ ਛੱਡ ਦਵੇਂਗਾ? ਜੇ ਗੁਰੂ ਦੇ ਵੱਲ ਨੂੰ ਜਿਹੜਾ ਪਾਸਾ ਵਟਿਆ ਹੋਇਆ ਨਿੰਦਿਆ ਦੇ ਕਾਰਨ, ਉਹ ਤੂੰ ਛੱਡ ਦਵੇਂਗਾ, ਗੁਰੂ ਦਾ ਗਿਆਨ ਲੈਣ ਲੱਗ ਜਾਏਗਾ, ਫਿਰ ਤੇਰੀ ਹਉਮੈ ਤੇ ਹੰਕਾਰ ਨਿਕਲ ਜੂ। ਹੁਣ ਗੱਲ ਆ ਗਈ ਨਾ ਉੱਥੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਦੋਨੋਂ ਇੱਕ ਤਾਂ, ਜਿੱਥੇ ਹਉਮੈ ਆ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਉੱਥੇ ਹਉਮੈ ਨਹੀਂ। ਇਸ ਕਰਕੇ ਮੇਰੇ ਅੰਦਰ ਕੀ ਹੈ? ਹਉਮੈ, ਹੰਕਾਰ। ਕਿਉਂ ਆ? ਕਿਉਂਕਿ ਮੈਂ ਗੁਰੂ ਦੀ ਨਿੰਦਿਆ ਕਰਦਾ। ਗੁਰੂ ਦੀ ਨਿੰਦਿਆ ਕੀ? ਮੈਂ ਗੁਰੂ ਦਾ ਗਿਆਨ ਲੈਂਦਾ ਨਹੀਂ। ਮੈਂ ਕਹਾਉਣਾ ਤਾਂ ਗੁਰਸਿੱਖ ਹਾਂ, ਗੁਰੂ ਦਾ ਸਿੱਖ ਹਾਂ, ਪਰ ਗੁਰੂ ਦੀ ਸਿੱਖਿਆ ਮੇਰੇ ਕੋਲ ਹੈ ਨਹੀਂ। ਇਸ ਕਰਕੇ ਮੇਰੇ ਅੰਦਰ ਹਉਮੈ ਆ ਗਈ। ਹਉਮੈ ਦਾ ਕਰਕੇ ਮੈਂ ਜਿਹੜਾ ਹੈ ਅੰਦਰੋਂ ਨਾਮ ਤੋਂ ਵਾਂਝਾ ਹੋ ਗਿਆ, ਦੁਖੀ ਹੋ ਗਿਆ। ਹਰ ਜੀਉ ਸਦਾ ਧਿਆਏ ਤੂੰ, ਗੁਰਮੁਖ ਏਕੰਕਾਰ ਰਹਾਉ। ਹਰ ਜੀਉ, ਹਰੀ ਨੂੰ, ਪ੍ਰਮਾਤਮਾ ਨੂੰ ਕਿਹਨੂੰ ਸਮਝਾਇਆ ਰਿਹਾ? ਸਮਝਾਇਆ ਜਾ ਰਿਹਾ ਮੇਰੇ ਮਨ ਨੂੰ। ਮੇਰੇ ਮਨ ਤਜ ਨਿੰਦਾ, ਆ ਗੁਰੂ ਦੀ ਨਿੰਦਿਆ ਕਰਨੀ ਛੱਡ ਦੇ, ਗੁਰੂ ਤੋਂ ਪਾਸਾ ਵੱਟਣਾ ਛੱਡ ਦੇ। ਇਹਦੇ ਨਾਲ ਕੀ ਹੁੰਦਾ? ਤੈਨੂੰ ਹਉਮੈ ਤੇ ਹੰਕਾਰ ਹੋ ਜਾਂਦਾ ਭਾਈ। ਸਮਝਾਇਆ ਫਿਰ ਸਾਨੂੰ ਜਾ ਰਿਹਾ, ਫਾਇਦਾ ਫਿਰ ਸਾਡਾ ਕਰ ਰਹੇ ਆ ਗੁਰੂ ਪਾਤਸ਼ਾਹ ਜੀ, ਭਾਵੇਂ ਘੂਰ ਕੇ ਕਰਨ ਤੇ ਭਾਵੇਂ ਵਡਿਆ ਕੇ ਕਰਨ, ਕਿਉਂਕਿ ਕਈ ਵਾਰੀ ਮਨ ਵਡਿਆ ਕੇ ਸੂਤ ਨਹੀਂ ਆਉਂਦਾ। ਇਸ ਕਰਕੇ ਸਮਝਾਉਣਾ ਪੈਂਦਾ। ਗੁਰੂ ਪਿਤਾ ਜੀ ਸਾਡਾ ਫਿਕਰ ਕਰ ਰਹੇ ਆ। ਹਰ ਜੀਓ ਸਦਾ ਧਿਆਏ ਤੂੰ। ਇਸ ਕਰਕੇ ਤੂੰ ਪਰਮਾਤਮਾ ਵਾਹਿਗੁਰੂ ਦਾ ਸਦਾ ਵਾਸਤੇ ਧਿਆਨ ਟਿਕਾ ਆਪਣੇ ਅੰਦਰ। ਤੂੰ ਗੁਰਮੁਖ ਏਕੰਕਾਰ, ਗੁਰਮੁਖ ਖੱਖੇ ਨੂੰ ਸਿਹਾਰੀ ਗੁਰਮੁਖ ਬਣ। ਗੁਰੂ ਦੀ ਗੱਲ ਨੂੰ ਸੁਣ, ਗੁਰੂ ਦੇ ਨਾਲ ਜੁੜ ਤੇ ਏਕੰਕਾਰ, ਇੱਕ ਓੰਕਾਰ ਤੱਕ ਪਹੁੰਚਾ ਦੂ। ਗੁਰੂ ਕਿੱਥੋਂ ਸ਼ੁਰੂ ਹੁੰਦਾ? ਗੁਰਬਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਓੰਕਾਰ। ਇੱਕ ਓੰਕਾਰ ਕੀ ਹੈ? ਸਭ ਤੋਂ ਉੱਪਰ। ਇੱਕ ਓੰਕਾਰ ਤੋਂ ਬਰਾਬਰ ਤਿੰਨ ਤੋਂ ਬਰਾਬਰ 33 ਕਰੋੜ। ਉਦੋਂ ਬਾਅਦ ਪਤਾ ਹੀ ਨਹੀਂ ਕੀ ਕੁਛ ਆ।
ਜੇ ਸਾਰਾ ਕੁਝ ਛੱਡ ਕੇ ਗੁਰੂ ਦੇ ਲੜ ਲੱਗਦੇ ਇੱਕ ਤੇ ਆ ਜਾਈਏ, ਇੱਕ ਕਿੱਥੇ ਆ? ਸਾਡੇ ਅੰਦਰ। ਇਸ ਕਰਕੇ ਭਾਈ ਗੁਰਮੁਖ ਬਣ ਤੇ ਇੱਕ ਓਂਕਾਰ ਦੇ ਨਾਲ ਜੁੜ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਸੀਂ ਗੁਰੂ ਦੇ ਨਾਲ ਨਹੀਂ ਜੁੜਦੇ, ਸਾਨੂੰ ਹਉਮੈ ਹੋ ਜਾਂਦੀ ਆ, ਹੰਕਾਰ ਹੋ ਜਾਂਦਾ, ਬੰਦਾ ਕਰਮਕਾਂਡੀ ਹੋ ਜਾਂਦਾ। ਜਿਹੜਾ ਕਰਮਕਾਂਡੀ ਹੋਵੇਗਾ ਉਹ ਹੰਕਾਰੀ ਵੀ ਹੋਵੇਗਾ ਲਾਜ਼ਮ। ਜਿਹੜਾ ਇੱਕ ਓਂਕਾਰ ਦੇ ਨਾਲ ਨਾ ਜੁੜਿਆ ਹੋਵੇਗਾ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝੋ। ਉਹ ਕਹੂਗਾ ਦੂਜੇ ਨੀਵੇਂ ਆ, ਮੈਂ ਉੱਚਾ। ਏਕ ਪਿਤਾ ਏਕ ਸਕੇ ਹਮ ਬਾਰਕ ਨਹੀਂ ਸਮਝੂਗਾ। ਉਹ ਆਪਣੇ ਆਪ ਨੂੰ ਰੁਤਬਾ ਜਾਂ ਸੰਤ ਜਾਂ ਸਾਧੂ ਜਾਂ ਵੱਡਾ ਕੁਛ ਬਣਨ ਦੀ ਕੋਸ਼ਿਸ਼ ਕਰੂਗਾ। ਪਰ ਖਿਆਲ ਕਰ ਲਿਓ, ਮੇਰੀ ਗੱਲ ਸੱਚ ਆ। ਇਹ ਸੰਤ ਤੇ ਸਾਧੂ ਬਣਨਾ ਬਹੁਤ ਸੌਖਾ, ਪਰ ਸਿੱਖ ਬਣਨਾ ਗੁਰਮੁਖ ਪਿਆਰਿਓ ਬਹੁਤ ਔਖਾ, ਬਹੁਤ ਔਖਾ ਸਿੱਖ ਬਣਨਾ। ਸਾਨੂੰ ਸਿੱਖਾਂ ਲੜ ਲਾਇਆ, ਸਾਡੇ ਸਾਧੂ ਤੇ ਸੰਤ ਤੇ 35 ਆ। ਅਸੀਂ ਇਹਨਾਂ ਦੇ ਲੜ ਲੱਗਣਾ। ਹਾਂ, ਜੋ ਇਹਨਾਂ ਦੀ ਗੱਲ ਕਰਦੇ ਆ, ਇਹਨਾਂ ਦੇ ਲੜ ਲੱਗੇ ਆ, ਉਹ ਸਤਿਕਾਰਯੋਗ ਆ। ਸਾਡੇ ਗੁਰੂ ਤੋਂ ਅਸੀਂ ਬਹੁਤ ਦੂਰੀ ਪਾ ਲਈ ਭਾਈ। ਰਹਾਉ ਦੀ ਪੰਗਤੀ 'ਚ ਇਹੀ ਸਮਝਾਇਆ ਜਾ ਰਿਹਾ, ਮੇਰੇ ਮਨਾ ਛੱਡ ਦੇ ਤੂੰ ਪਾਸਾ ਵੱਟਣਾ, ਛੱਡ ਦੇ ਗੁਰੂ ਦੀ ਨਿੰਦਾ, ਛੱਡ ਦੇ ਸੱਚ ਦੀ ਨਿੰਦਾ, ਛੱਡ ਦੇ ਗੁਰੂ ਸਾਧੂ ਦੀ, ਗੁਰੂ ਸੰਤ ਦੀ ਨਿੰਦਾ ਕਰਨੀ। ਤੂੰ ਹਉਮੈ ਤੇ ਹੰਕਾਰ 'ਚ ਕਰ ਰਿਹਾ, ਆਪਣਾ ਆਪ ਤੇਰਾ ਪੱਟਿਆ ਜਾ ਰਿਹਾ, ਲੁੱਟਿਆ ਜਾ ਰਿਹਾ, ਆਪਦੀ ਜੜ ਤੂੰ ਆਪੇ ਪੱਟ ਰਿਹਾ। ਹਰ ਜੀਓ ਸਦਾ ਧਿਆਏ ਤੂੰ ਗੁਰਮੁਖ ਏਕ ਓਂਕਾਰ। ਗੁਰਮੁਖ ਬਣ ਤੇ ਇੱਕ ਓਂਕਾਰ ਦੇ ਨਾਲ ਜੁੜ ਭਾਈ। ਰਹਾਓ ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ। ਜਿਹੜੇ ਗੁਰਮੁਖ ਬਣ ਜਾਂਦੇ ਆ, ਗੁਰਮੁਖ ਹੁੰਦੇ ਕੀ ਹੈ? ਗੁਰਮੁਖਾਂ ਦੇ ਮੁਖ ਉਜਲੇ, ਰੰਗ ਭਾਵੇਂ ਕਾਲੇ ਹੀ ਹੋਣ। ਉਜਲੇ ਤੋਂ ਭਾਵ ਐ ਸਾਹਮਣੇ ਖੜ ਸਕਦਾ ਗੁਰਮੁਖ ਜੋ ਸੱਚ ਨਾਲ ਜੁੜ ਗਿਆ, ਜੋ ਗੁਰਬਾਣੀ ਨਾਲ ਜੁੜ ਗਿਆ। ਮਨਮੁਖ ਗੁਰੂ ਦੇ ਸਾਹਮਣੇ ਕਿਵੇਂ ਖੜੂਗਾ? ਕਿਵੇਂ ਅਰਦਾਸ ਕਰਾਵਾਂਗੇ ਜੇ ਹੁਣ ਗੁਰੂ ਦੀ ਨਹੀਂ ਮੰਨਦੇ? ਅਖੀਰ ਵੇਲੇ ਅਰਦਾਸ ਵੀ ਤਾਂ ਇਸੇ ਅੱਗੇ ਹੀ ਹੋਣੀ ਆ। ਕੀ ਇਹ ਜਾਣੀ ਜਾਣ ਨਹੀਂ? ਕੀ ਇਹ ਹਾਜ਼ਰ ਨਾਜ਼ਰ ਨਹੀਂ ਵੀ ਹੁਣ ਤੱਕ ਕਿੱਥੇ ਤੁਰਿਆ ਫਿਰਦਾ ਰਿਹਾ? ਹੁਣ ਅਰਦਾਸ ਵੀ ਉੱਥੇ ਹੀ ਕਰਾ ਲਾ। ਗੁਰੂ ਦੇ ਅੱਗੇ ਹੀ ਹੋਣਾ ਸਾਰਾ ਕੁਝ ਭਾਈ। ਗੁਰਮੁਖਾਂ ਕੇ ਮੁਖ ਉਜਲੇ, ਜੇ ਗੁਰੂ ਨਾਲ ਜੁੜ ਜਾਵਾਂਗੇ ਗੁਰਮੁਖਾਂ ਦੇ ਮੁਖ ਉਜਲੇ ਹੋ ਜਾਂਦੇ ਆ। ਪੰਜ ਪ੍ਰਵਾਨ ਪੰਜ ਪ੍ਰਧਾਨ ਬਣ ਜਾਂਦੇ ਆ। ਕਿਵੇਂ ਬਣਦੇ ਆ ਜੀ? ਗੁਰ ਸ਼ਬਦੀ ਵਿਚਾਰ। ਗੁਰੂ ਦੀ ਸ਼ਬਦ ਦੇ ਨਾਲ ਜਦੋਂ ਸਾਡੀ ਸੁਰਤ ਜੁੜਦੀ ਹੈ ਨਾ, ਇਹ ਆਪਣੇ ਨਗਰ ਦੇ ਜਿਹੜੇ ਆਪਣੇ ਗਿਆਨੀ ਗੁਰਬਚਨ ਸਿੰਘ ਜੀ, ਉਹ ਕਿਹਾ ਕਰਦੇ ਸੀ, ਮੈਂ ਉਹਨਾਂ ਦੀ ਸਾਰੀ ਕਥਾ ਸੁਣੀ ਸੀ ਪਹਿਲਾਂ ਵੀ ਜਦੋਂ ਸ਼ਬਦ ਦੇ ਨਾਲ ਸੁਰਤ ਜੁੜਦੀ ਹੈ ਤੇ ਸੁਰਤ ਸ਼ਬਦ ਦਾ ਸਾਣ ਤੇ ਸੁਰਤ ਆ ਸੈਣੀ, ਸੁਰਤ ਤਿੱਖੀ ਹੋ ਜਾਂਦੀ ਹੈ, ਤੇਜ਼ ਹੋ ਜਾਂਦੀ ਹੈ। ਇੱਥੇ ਵੀ ਇਹੀ ਸਮਝਾਇਆ, ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ। ਜਦੋਂ ਦੇ ਗੁਰੂ ਦੀ ਸ਼ਬਦ ਦੇ ਵਿਚਾਰ ਦੇ ਨਾਲ ਜੁੜੇ ਆ ਤਾਂ ਗੁਰਮੁਖ ਬਣਨਾ ਸ਼ੁਰੂ ਹੋ ਗਿਆ। ਤੇ ਗੁਰਮੁਖਾਂ ਦੇ ਮੁਖ ਆ ਜਿਹੜੇ ਦਰਗਾਹ ਦੇ ਵਿੱਚ ਉਜਲੇ ਹੁੰਦੇ ਆ। ਹਾਲਤ ਪਲਤ ਸੁਖ ਪਾਏਂਦੇ। ਜਿਹੜੇ ਗੁਰੂ ਨਾਲ ਜੁੜ ਗਏ ਭਾਈ, ਹਾਲਤ ਪਲਤ ਇੱਥੇ ਤੇ ਉੱਥੇ, ਅੰਦਰੋਂ ਤੇ ਬਾਹਰੋਂ, ਲੋਕ ਤੇ ਪਰਲੋਕ, ਸਾਰੇ ਥਾਵਾਂ 'ਤੇ ਸੁੱਖ ਆ। ਜੇ ਅਸੀਂ ਹੁਣ ਸੁਖੀ ਹੋ ਗਏ ਨਾ, ਅੰਦਰੋਂ ਸੁਖੀ ਹੋ ਗਏ, ਤਾਂ ਉਦੋਂ ਬਾਅਦ ਮੌਤ ਵੀ ਹੋ ਜੂਗੀ। ਫਿਰ ਕੀ ਹੋ ਜੂਗਾ? ਜਦੋਂ ਕੰਮ ਹੀ ਹੋ ਗਿਆ, ਜਦੋਂ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੀ ਹੋ ਗਿਆ, ਜਦੋਂ ਥਾਲੀ 'ਚ ਪਰੋਸ ਕੇ ਦਿੱਤਾ ਖਾਣਾ, ਜਦੋਂ ਛਕ ਲਿਆ, ਥਾਲੀ ਜਿੱਥੇ ਮਰਜੀ ਜਾਵੇ, ਕੋਈ ਫਿਕਰ ਹੀ ਨਹੀਂ। ਜਿਹੜੀ ਚੀਜ਼ ਸੀ ਛਕਣ ਵਾਲੀ ਛਕ ਲਈ, ਜਿਹੜਾ ਕੰਮ ਕਰਨ ਵਾਲਾ ਸੀ ਕਰ ਲਿਆ। ਜਿਹੜੇ ਮਨੁੱਖ ਨੇ ਆਪਣੇ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਲਿਆ, ਉਹਨੂੰ ਕਾਹਦਾ ਡਰ ਬਈ? ਇਹੀ ਤਾਂ ਹੋਣਾ, ਆਤਮਾ ਤੇ ਪ੍ਰਮਾਤਮਾ ਦਾ ਤਾਂ ਮਿਲਾਪ ਹੋਣਾ। ਤੇ ਇਸੇ ਤਰ੍ਹਾਂ ਸਮਝਾਇਆ ਜਾ ਰਿਹਾ ਭਾਈ, ਗੁਰ ਸ਼ਬਦੀ ਵਿਚਾਰ। ਹਾਲਤ ਪਲਤ ਸੁਖ ਪਾਏਂਦੇ, ਜਪ ਜਪ ਹਿਰਦੈ ਮੁਰਾਰ। ਮੁਰਾਰ ਤੋਂ ਭਾਵ ਹੈ ਮੁਰ ਜਮਾ ਆਰ, ਦੋ ਸ਼ਬਦਾਂ ਦਾ ਮੇਲਾ। ਆਰੀ ਇੱਥੋਂ ਹੀ ਬਣਿਆ, ਮਤਲਬ ਕੱਟ ਦੇਣਾ। ਮੁਰ ਦੈਂਤ, ਇੱਕ ਦੈਂਤ ਦਾ ਨਾਮ ਆ ਮੁਰ ਦੈਂਤ, ਉਹਨੂੰ ਕੱਟ ਦੇਣ ਵਾਲਾ ਪ੍ਰਮਾਤਮਾ ਦਾ ਨਾਮ। ਭਾਵ ਅਰਥ, ਸਾਡੇ ਅੰਦਰ ਮੁਰ ਦੈਂਤ, ਵੱਡਾ ਦੈਂਤ ਬੈਠਾ ਹਉਮੈ, ਇਹਨੂੰ ਕੱਟ ਦੇਣ ਵਾਲਾ ਹੈ ਨਾਮ। ਆਤਮਿਕ ਗਿਆਨ, ਜਿਹੜੇ ਇਸ ਗਿਆਨ ਨਾਲ ਜੁੜਦੇ ਆ, ਉਹ ਆਪਣੇ ਹਿਰਦੇ ਦੇ ਵਿੱਚੋਂ ਜਿਹੜਾ ਲੱਗਿਆ ਹੋਇਆ ਮੁਰਦੈਂਤ ਬੈਠਾ ਅੰਦਰ, ਉਹਨੂੰ ਕੱਟ ਦਿੰਦੇ ਆ, ਉਹਨੂੰ ਕੱਢ ਦਿੰਦੇ ਆ। ਉਹਨਾਂ ਦਾ ਢੱਕਣ ਚੱਕਿਆ ਜਾਂਦਾ, ਉਹਨਾਂ ਦੇ ਅੰਦਰ ਨਾਮ ਚਲਿਆ ਜਾਂਦਾ ਤੇ ਹਲਤ ਪਲਤ ਦੋਹਾਂ ਦਾ ਸੁੱਖ ਪ੍ਰਾਪਤ ਹੋ ਜਾਂਦਾ। ਕਿੱਥੋਂ? ਗੁਰੂ ਤੋਂ। ਘਰ ਹੀ ਵਿੱਚ ਮਹਿਲ ਪਾਏ ਆ, ਗੁਰ ਸ਼ਬਦੀ ਵਿਚਾਰ। ਹੁਣ ਦੱਸੋ ਭਾਈ,
ਇੱਥੇ ਆ ਕੇ ਪੰਗਾ ਪੈਂਦਾ। ਅਗਲਾ ਕਹਿੰਦਾ ਘਰੇ ਕਾਹਤੋਂ ਟਿਕ ਗਿਆ, ਘਰੇ ਕਾਹਤੋਂ ਬਹਿ ਗਿਆ, ਪਰ ਜਿਹਨੂੰ ਗਿਆਨ ਆ ਗਿਆ ਉਹਦੀ ਭਟਕਣਾ ਬੰਦ। ਇਹਦਾ ਮਤਲਬ ਜਿੰਨੇ ਤੁਰੇ ਫਿਰਦੇ ਆ ਤਿੰਨਾਂ ਗੁਣਾਂ ਦੇ ਵਿੱਚ ਹੀ ਆ, ਇੱਥੋਂ ਛੱਡ ਕੇ ਉੱਥੇ, ਉੱਥੋਂ ਛੱਡ ਕੇ ਉੱਥੇ। ਜਿਹੜਾ ਜਿਹਨੂੰ ਪ੍ਰਾਪਤ ਹੋ ਗਿਆ ਕੁਝ ਨਾ ਕੁਝ, ਉਹ ਤਾਂ ਹਿਰਦੇ ਘਰ ਵਿੱਚ ਟਿਕ ਗਿਆ। ਘਰ ਹੀ ਵਿੱਚ ਮਹਿਲ ਪਾਇਆ। ਸਾਨੂੰ ਸਿੱਖਾਂ ਨੂੰ ਕੀ ਸਮਝਾਇਆ ਗਿਆ? ਘਰੇ ਹੀ ਟਿਕਣਾ, ਮਹਿਲ ਪ੍ਰਾਪਤ ਕਰਨਾ ਆ ਅੰਦਰਲਾ ਕਿਵੇਂ? ਗਿਆਨ ਦੇ ਨਾਲ। ਮਹਿਲ ਪਾਇਆ ਜਾ ਸਕਦਾ, ਪਾ ਲੈਂਦੇ ਆ ਗੁਰਮੁਖ ਪਿਆਰੇ। ਕਿਵੇਂ ਪ੍ਰਾਪਤ ਹੁੰਦਾ ਜੀ ਮਹਿਲ ਅੰਦਰਲਾ ਨਜ਼ਾਰਾ, ਆਨੰਦ? ਗੁਰ ਸ਼ਬਦੀ ਵਿਚਾਰ। ਜਦੋਂ ਦੇ ਗੁਰੂ ਦੀ ਸ਼ਬਦ ਦੀ ਵਿਚਾਰ ਦੇ ਨਾਲ ਜੁੜੇ ਆ, ਇਸ ਆਤਮਿਕ ਗਿਆਨ ਦੇ ਨਾਲ ਗੁਰੂ ਨੇ ਅੰਦਰ ਨੂੰ ਲੈ ਜਾਣਾ। ਤੇ ਅੰਦਰ ਜਾ ਕੇ, ਅੰਦਰ ਕੀ ਹੈ? ਪਰਮਾਤਮਾ। ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋ ਜਾਣਾ। ਜੇ ਤਾਂ ਭਾਈ ਗੁਰੂ ਨਾਲ ਜੁੜ ਕੇ ਚਲੇ ਗਏ ਅੰਦਰ, ਫਿਰ ਤਾਂ ਹੋ ਗਿਆ ਮਿਲਾਪ। ਇਹ ਗੁਰੂ ਸਾਨੂੰ ਇਸੇ ਵਾਸਤੇ, ਸਾਡੇ ਮਹਾਨ ਗੁਰੂਆਂ ਦੀਆਂ ਕੁਰਬਾਨੀਆਂ ਤੇ ਮਹਾਨ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਜਿਹੜਾ ਐਡਾ ਵੱਡਾ ਗਿਆਨ ਪ੍ਰਾਪਤ ਹੋਇਆ। ਪਹਿਲੇ ਸਮਿਆਂ ਦੇ ਵਿੱਚ ਸਾਡੇ ਵਰਗੇ ਗਰੀਬਾਂ ਦੇ ਤਾਂ ਕੰਨਾਂ 'ਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ ਸੀ। ਅਮੀਰਾਂ ਕੋਲ ਹੀ ਸੀ ਗਿਆਨ, ਜਿੰਨਾ ਦੇਣਾ ਉਨਾ ਹੀ ਦਿੰਦੇ ਸੀ। ਹੁਣ ਵੀ ਸਰਕਾਰਾਂ ਉਨਾ ਹੀ ਗਿਆਨ ਦਿੰਦੀਆਂ ਜਿੰਨੇ ਕੁ ਚਾਹੀਦੇ ਆ। ਕਲਰਕ ਬਣਾ ਰਹੀਆਂ, ਬਾਹਰਲੀਆਂ ਪੜ੍ਹਾਈਆਂ ਇਸ ਤਰ੍ਹਾਂ ਦੀਆਂ। ਜਿੰਨਾ ਚਿਰ ਆ ਗੁਰੂ ਦੀ ਪੜ੍ਹਾਈ ਨਾ ਪੜ੍ਹਾਂਗੇ, ਜਿਹੜਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਸਿੱਖਾਂ ਨੇ, ਸ਼ਹੀਦਾਂ ਸਿੰਘਾਂ ਸਿੰਘਣੀਆਂ ਨੇ ਸਾਡੇ ਤੱਕ ਪਹੁੰਚਾਇਆ, ਉਨਾ ਚਿਰ ਅਸੀਂ ਕੁਛ ਨਹੀਂ ਹੋ ਸਕਦੇ, ਕੁਛ ਨਹੀਂ ਸਾਡਾ ਬਣ ਸਕਦਾ। ਕਿਉਂਕਿ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ। ਮੈਂ ਨਹੀਂ ਕਹਿ ਰਿਹਾ ਗੁਰਮੁਖ ਪਿਆਰਿਓ, ਗੁਰ ਸ਼ਬਦੀ ਵਿਚਾਰ। ਤੇ ਜੇ ਤਾਂ ਵਿਚਾਰ ਕਰ ਲਾਂਗੇ, ਗੁਰੂ ਨਾਲ ਜੁੜ ਜਾਾਂਗੇ ਤਾਂ ਠੀਕ ਆ, ਜੇ ਨਹੀਂ ਸਤਿਗੁਰ ਤੇ ਜੋ ਮੂੰਹ ਫੇਰ ਹੈ। ਲਓ ਜੀ, ਸਤਿਗੁਰ ਤੋਂ ਜੋ ਮੂੰਹ ਫੇਰ ਲੈਂਦੇ ਹਨ, ਸਥੂਲ ਮੂੰਹ ਨਹੀਂ ਵੀ ਐਂ ਨੂੰ ਕਰ ਲਿਆ, ਜਿਹੜੇ ਸਤਿਗੁਰੂ ਦੀ ਗੱਲ ਨਹੀਂ ਮੰਨਦੇ, ਸਤਿਗੁਰੂ ਦੀ ਗੱਲ ਨੂੰ ਸੁਣਦੇ ਹੀ ਨਹੀਂ। ਪਹਿਲਾਂ ਤਾਂ ਕੰਮ ਆ ਸੁਣਨਾ, ਫੇਰ ਆ ਮੰਨਣਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਦੀ ਸ਼ੁਰੂਆਤ ਹੀ ਨਹੀਂ ਹੋਈ, ਜਿਹੜੇ ਸਤਿਗੁਰੂ ਦੀ ਗੱਲ ਸੁਣਦੇ ਹੀ ਨਹੀਂ, ਜਿਹੜੇ ਸ਼ਬਦ ਦੀ ਵਿਚਾਰ ਤੋਂ ਪਾਸਾ ਵੱਟਦੇ ਆ, ਦੁਖੀ ਹੁੰਦੇ ਆ, ਅੰਦਰੋਂ ਰਿੱਝਦੇ ਆ, ਉਹਨਾਂ ਦਾ ਫਿਰ ਕੀ ਹਾਲ ਹੁੰਦਾ? ਸਤਿਗੁਰ ਤੇ ਜੋ ਮੂੰਹ ਫੇਰ ਹੈ, ਮੱਥੇ ਤਿੰਨ ਕਾਲੇ। ਉਹਨਾਂ ਦੇ ਮਸਤਕ ਕਾਲੇ ਹੋ ਜਾਂਦੇ ਆ, ਉਹ ਅਗਿਆਨੀ ਹੋ ਜਾਂਦੇ ਆ। ਉਹ ਜਿਹੜਾ ਹੈ ਅਗਿਆਨਤਾ ਦੀਆਂ ਲਾਟਾਂ ਨਿਕਲਦੀਆਂ ਉਹਨਾਂ ਦੇ ਅੰਦਰੋਂ, ਗੁਰਮੁਖਾਂ ਦੇ ਅੰਦਰੋਂ ਗਿਆਨ ਦਾ ਚਾਨਣ ਨਿਕਲਦਾ। ਉਹਨਾਂ ਦੇ ਮੱਥੇ ਆ ਜਿਹੜੇ ਕਾਲੇ ਹੋ ਜਾਂਦੇ ਆ, ਉਹ ਬੇਅਕਲੇ ਰਹਿ ਜਾਂਦੇ ਆ, ਆਤਮਿਕ ਗਿਆਨ ਨਹੀਂ ਪ੍ਰਾਪਤ ਕਰ ਸਕਦੇ। ਉਹਨਾਂ ਦੇ ਅੰਦਰ ਚਾਨਣ ਨਹੀਂ ਹੋ ਸਕਦਾ, ਉਹਨਾਂ ਦੇ ਅੰਦਰ ਖੜਾਓ ਨਹੀਂ ਹੋ ਸਕਦਾ, ਉਹਨਾਂ ਦੇ ਅੰਦਰ ਆਨੰਦ ਨਹੀਂ ਪੈਦਾ ਹੋ ਸਕਦਾ। ਉਹਨਾਂ ਦੇ ਜਿਹੜਾ ਜੰਮਣ ਮਰਨਾ ਉਹ ਮਿਟ ਨਹੀਂ ਸਕਦਾ। ਅਨ ਦਿਨ ਦੁੱਖ ਕਮਾਵੰਦੇ, ਨਿਤ ਜੋਹੇ ਜਮ ਜਾਲੇ। ਅਨ ਦਿਨ, ਹਰ ਰੋਜ਼ ਦੁੱਖ ਕਮਾਵੰਦੇ, ਉਹ ਸੁਖੀ ਨਹੀਂ ਹੋ ਸਕਦੇ, ਉਹ ਆਨੰਦ ਨਹੀਂ ਲੈ ਸਕਦੇ ਜੀਵਨ ਦਾ, ਉਹ ਖੁੱਲ੍ਹ ਕੇ ਹੱਸ ਨਹੀਂ ਸਕਦੇ। ਜਿਹੜੇ ਅੰਦਰੋਂ ਦੁਖੀ ਹੋਣ, ਅੰਦਰੋਂ ਚੀਸਾਂ ਪੈ ਰਹੀਆਂ ਹੋਣ, ਜਿਨ੍ਹਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ, ਸਾਰਾ ਕੁਝ ਸ਼ੁਰੂ ਕਿੱਥੋਂ ਹੁੰਦਾ? ਹੰਕਾਰ ਤੋਂ। ਕਾਰਨ ਕੀ ਹੈ? ਗੁਰੂ ਤੋਂ ਦੂਰੀ, ਗੁਰੂ ਤੋਂ ਟੁੱਟ ਗਏ ਜਿਹੜੇ, ਉਹ ਅਨ ਦਿਨ ਦੁੱਖ ਕਮਾਵੰਦੇ। ਉਹਨਾਂ ਨੂੰ ਕੋਈ ਦੁਨੀਆ ਦਾ ਬੰਦਾ ਸੁਖੀ ਨਹੀਂ ਕਰ ਸਕਦਾ। ਉਹ ਅੰਦਰੋਂ ਰਿੱਝਦੇ ਰਹਿਣਗੇ, ਦੁਖੀ ਹੁੰਦੇ ਰਹਿਣਗੇ। ਨਿਤ ਜੋਹੇ ਜਮ ਜਾਲੇ, ਨਿਤ ਉਹਨਾਂ ਨੂੰ ਜਮ ਜਿਉਂਦਾ ਰਹੂਗਾ, ਮਰਨ ਤੋਂ ਬਾਅਦ ਨਹੀਂ। ਨਿਤ ਇੱਥੇ ਕਿਹਾ, ਹੁਣ ਇਹ ਜਮ ਕੀ ਹੈ? ਬੁਰੇ ਵਿਚਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ, ਇਹਦੇ ਨਾਲ ਉਹ ਜਲੇ ਜਾਣਗੇ, ਅੰਦਰੋਂ ਸੜੇ ਹੋਣਗੇ, ਉਹ ਫੁਕੇ ਰਹਿਣਗੇ, ਹਮੇਸ਼ਾ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ ਜੀ। ਸੁਪਨੈ ਸੁਖ ਨਾ ਦੇਖਨੀ, ਬਹੁ ਚਿੰਤਾ ਪਰ ਜਾਲੇ। ਇੱਥੇ ਦੋ ਫਾੜ ਹੋ ਗਈ ਜ਼ਿੰਦਗੀ ਭਾਈ, ਦੋ ਤਰ੍ਹਾਂ ਦੀ ਜਿਹੜੀ ਜ਼ਿੰਦਗੀ, ਇੱਕ ਗੁਰਮੁਖਾਂ ਦੀ, ਚੰਗੇ ਬੰਦਿਆਂ ਦੀ, ਚੰਗੇ ਇਨਸਾਨਾਂ ਦੀ, ਪਿਆਰਿਆਂ ਦੀ, ਜੀਓ ਤੇ ਜਿਉਣ ਦਿਓ ਵਾਲਿਆਂ ਦੀ। ਇੱਕ ਆ ਇੱਧਰ ਬੁਰਿਆਂ ਦੀ, ਮਾਰ ਧਾੜ ਦੀ, ਲੁੱਟ ਘਸੁੱਟ ਦੀ, ਜੇ ਬੋ ਦੀ, ਤਿੰਨਾਂ ਗੁਣਾਂ ਦੀ। ਸੁਪਨੇ ਸੁਖ ਨਾ ਦੇਖਨੀ। ਲੈ ਭਾਈ ਸਿੱਖਾ, ਧਿਆਨ ਦੇ ਨਾਲ ਗੱਲ ਸੁਣ ਲਾ। ਜੇ ਤੂੰ ਗੁਰੂ ਦੇ ਨਾਲ ਨਾ ਜੁੜਿਆ ਤੇ ਸੁਪਨੇ 'ਚ ਵੀ ਸੁੱਖ ਨਾ ਭਾਲੀ। ਬਹੁਤ ਚਿੰਤਾ ਪਰ ਜਾਲੇ, ਅੰਦਰੋਂ ਜਲਦਾ ਰਹੇਗਾ। ਬਹੁਤ ਸਾਰੀਆਂ ਚਿੰਤਾਵਾਂ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹਦਾ ਮਤਲਬ ਚਿੰਤਾ ਨਹੀਂ ਮਿਟੀਆਂ,
ਤਾਂ ਬਾਣੀ ਦੇ ਨਾਲ ਅਸੀਂ ਨਹੀਂ ਜੁੜੇ, ਬਾਣੀ ਤੋਂ ਨਾਮ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਸ਼ਬਦ ਤੋਂ ਮਾਇਆ ਕਮਾ ਲਈ। ਮਾਇਆ ਤੇ ਨਾ ਘਰ ਭਰ ਗਏ ਸਾਡੇ ਕਥਾਵਾਚਕਾਂ ਦੇ ਵੀ, ਕੀਰਤਨ ਵਾਲਿਆਂ ਦੇ ਵੀ, ਹੋਰ ਧਰਮੀਆਂ ਦੇ ਵੀ, ਪਰ ਅੰਦਰ ਟਿਕਾਉ ਨਹੀਂ ਆਇਆ, ਅੰਦਰ ਸ਼ਾਂਤੀ ਨਹੀਂ ਆਈ, ਅੰਦਰ ਚੈਨ ਨਹੀਂ ਆਇਆ, ਅੰਦਰੋਂ ਮਾਰੇ ਗਏ, ਉੱਤੋਂ ਪਦਾਰਥ ਬਥੇਰੇ ਬਣਾ ਲਏ। ਇਹਨਾਂ ਪਦਾਰਥਾਂ ਤੋਂ ਤਾਂ ਗੁਰਬਾਣੀ ਰੋਕਦੀ ਸੀ। ਚਿੰਤਾ ਪਰ ਜਾਲੇ ਜਲਦੇ ਰਹਿੰਦੇ ਆ, ਉਹ ਚਿੰਤਾਵਾਂ ਦੇ ਵਿੱਚ ਨਾਸ ਹੋ ਜਾਂਦਾ ਉਹਨਾਂ ਦਾ। ਸਭਨਾ ਕਾ ਦਾਤਾ ਏਕ ਹੈ, ਜਿਹੜੇ ਗੁਰਮੁਖ ਬਣ ਜਾਂਦੇ ਆ ਉਹ ਸਾਰਿਆਂ ਨੂੰ ਭੈਣ ਭਰਾ ਸਮਝਦੇ ਆ। ਇੱਕੋ ਹੈ ਭਾਈ ਸਾਹਿਬ ਮੇਰਾ ਇੱਕੋ ਹੈ। ਸਾਰੇ ਸਿੱਖ ਅਸੀਂ ਕੀ ਆ ਭਾਈ? ਸਾਰਿਆਂ ਦੇ ਪਿਓ ਕੌਣ ਆ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ। ਮਾਤਾ ਕੌਣ ਆ? ਮਾਤਾ ਸਾਹਿਬਦੇਵਾ ਕੌਰ। ਫਿਰ ਆਪਾਂ ਸਾਰੇ ਕੀ ਹੋ ਗਏ? ਭੈਣ ਤੇ ਭਰਾ। ਫਿਰ ਵੱਡੇ ਭੈਣਾਂ ਭਰਾਵਾਂ ਨੇ ਛੋਟੇ ਭੈਣਾਂ ਭਰਾਵਾਂ ਨੂੰ ਗੁਰੂ ਦਾ ਗਿਆਨ ਦੇਣਾ ਸੀ। ਗੱਲ ਤਾਂ ਆਹ ਸੀ। ਸਾਡੇ ਉੱਤੋਂ ਇੱਕ ਆਹ ਗ੍ਰੰਥੀ, ਇੱਕ ਹੈੱਡ ਗ੍ਰੰਥੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੰਨੀਆਂ ਪੋਸਟਾਂ ਕਿੱਥੋਂ ਮਿਲ ਗਈਆਂ ਇਹ। ਅਸੀਂ ਤਾਂ ਸੇਵਕ ਬਣਨਾ ਸੀ ਇਹਦੇ ਦਰ ਦੇ। ਵੱਡਿਆਂ ਨੇ ਛੋਟਿਆਂ ਨੂੰ ਗਿਆਨ ਦੇਣਾ ਸੀ। ਸਭਨਾ ਕਾ ਦਾਤਾ ਏਕ ਹੈ, ਇੱਕੋ ਹੀ ਆ ਭਾਈ। ਦਾਤਾ ਇੱਕ ਦੇ ਨਾਲ ਹੀ ਜੁੜਨਾ। ਕਰਮ ਕਾਂਡਾਂ ਨੂੰ ਛੱਡ ਦੋ ਗੁਰਮੁਖ ਪਿਆਰਿਓ, ਸਾਡੀ ਰੂਹ ਤੇ ਬੋਝ ਆ ਇਹ। ਜਿਵੇਂ ਦੋ ਬੱਚੇ ਮੰਨ ਲਓ ਭੱਜਣ ਲੱਗੇ ਆ, ਇੱਕ ਬੱਚੇ ਦੇ ਤਾਂ ਮੋਢੇ ਤੇ ਝੋਲਾ ਪਾਇਆ, 10 ਇੱਟਾਂ ਬੰਨ੍ਹਤੀਆਂ ਤੇ ਉਹਨੂੰ ਵਿਸਲ ਵੱਜ ਗਈ, ਕਹਿੰਦੇ ਚੱਲ ਬਈ ਭੱਜ। ਇੱਕ ਤਾਂ ਜਿਹੜਾ ਖਾਲੀ ਸੀ ਉਹ ਤਾਂ ਭੱਜ ਕੇ ਹੋ ਗਿਆ, ਜਿਹਦੇ 10 ਇੱਟਾਂ ਬੰਨੀਆਂ ਸੀ ਉਹ ਵਿਚਾਰਾ ਡਿੱਗਦਾ ਢਹਿੰਦਾ ਉੱਥੇ ਹੀ ਸੱਟਾਂ ਖਾਈ ਜਾਂਦਾ। ਕਰਮ ਕਾਂਡਾਂ ਦੀਆਂ ਇੱਟਾਂ ਭਾਰ ਜੇ ਸਾਨੂੰ ਬੰਨਿਆ ਗਿਆ ਤਾਂ ਅਸੀਂ ਉਸ ਬੱਚੇ ਦੀ ਤਰ੍ਹਾਂ ਠੇਡੇ ਖਾਵਾਂਗੇ। ਅਗਰ ਗੁਰੂ ਨਾਲ ਜੁੜ ਜਾਾਂਗੇ, ਗੁਰਬਾਣੀ ਨਾਲ ਜੁੜ ਜਾਾਂਗੇ ਤਾਂ ਸਾਡਾ ਸਾਰਾ ਕਰਮ ਕਾਂਡ ਲੈ ਜਾਊਗਾ, ਵਾਧੂ ਭਾਰ ਸਾਡਾ ਲੈ ਜਾਊਗਾ, ਅੰਦਰੋਂ ਸੋਹਣੀ ਮੂਰਤ ਨਿਕਲੇਗੀ। ਸਾਰੇ ਹੀ ਤੁਸੀਂ ਉਹ ਪ੍ਰਮਾਤਮਾ ਦੀ ਮੂਰਤਾਂ ਭਾਈ। ਆਪਾਂ ਸਾਰੇ ਜੋ ਮਨੁੱਖ ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਸ ਕੰਮ ਅਸੀਂ ਆਪ ਨਹੀਂ ਕੀਤਾ, ਇਹ ਸਾਡੀ ਆਪ ਦੀ ਗਲਤੀ ਹੈ। ਇਹ ਵੱਡਿਆਂ ਨੇ ਛੋਟਿਆਂ ਨੂੰ ਗੁਰੂ ਦੇ ਲੜ ਲਾਉਣਾ ਸੀ, ਗੁਰਬਾਣੀ ਦੇ ਲੜ ਲਾਉਣਾ ਸੀ। ਸਾਤੋਂ ਇਹ ਕੰਮ ਹੋਇਆ ਨਹੀਂ, ਮਾਫ ਕਰਨਾ। ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ। ਉਹ ਆਪੇ ਹੀ ਬਖਸ਼ਿਸ਼ਾਂ ਕਰਦਾ, ਆਪੇ ਹੀ ਸਾਰਾ ਕੁਝ ਕਰਨ ਵਾਲਾ। ਜੇ ਭਾਈ ਕਿਸੇ ਨੂੰ ਗਿਆਨ ਮਿਲ ਸਕਦਾ ਤੇ ਆਪਾਂ ਨੂੰ ਕਾਹਤੋਂ ਨਹੀਂ ਮਿਲ ਸਕਦਾ? ਜੇ ਕੋਈ ਸੰਤ ਬਣ ਸਕਦਾ ਆਪਾਂ ਕਿਉਂ ਨਹੀਂ ਬਣ ਸਕਦੇ? ਜੇ ਕੋਈ ਹੋਰ ਗੁਰਮੁਖ ਬਣ ਸਕਦਾ ਤਾਂ ਅਸੀਂ ਕਿਉਂ ਨਹੀਂ ਬਣ ਸਕਦੇ? ਗੱਲ ਤਾਂ ਇਹ ਟਿਕਾਉਣੀ ਆ ਆਪਣੇ ਆਪ ਤੇ। ਸਾਨੂੰ ਇਹ ਸਮਝਾਇਆ ਜਾ ਰਿਹਾ ਤੁਸੀਂ ਨਹੀਂ ਬਣ ਸਕਦੇ, ਇਹਦਾ ਮਤਲਬ ਇਹ ਸਾਡੇ ਨਾਲ ਧੋਖਾ, ਇਹ ਫਰੇਬ ਆ। ਸਾਨੂੰ ਅੰਦਰੋਂ ਬੰਨਿਆ ਜਾ ਰਿਹਾ। ਉੱਡੋ, ਖੁੱਲੋ, ਆਜ਼ਾਦ ਹੋਵੋ ਭਾਈ ਬੰਧਨਾਂ ਤੋਂ ਗੁਰੂ ਦੇ ਨਾਲ ਜੁੜ ਕੇ। ਸਭਨਾ ਕਾ ਦਾਤਾ ਏਕ ਹੈ, ਇੱਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੇ ਆਪ ਨੂੰ ਜੋੜੋ, ਉਹਦਾ ਰੂਪ ਸਮਝੋ, ਆਪਣੇ ਅੰਦਰ ਬਲ ਪੈਦਾ ਕਰੋ। ਬਲ ਛੁਟਕਿਓ, ਆ ਬਲ ਗੁਰਬਾਣੀ ਦਾ ਛੁੱਟ ਗਿਆ, ਬੰਧਨ ਪਰੇ, ਕਰਮ ਕਾਂਡਾਂ ਦੇ ਬੰਧਨ ਪੈ ਗਏ, ਬਲ ਹੋਇਓ, ਬੰਧਨ ਛੁੱਟੇ। ਜੇ ਗੁਰਬਾਣੀ ਨਾਲ ਜੁੜ ਗਏ, ਬਲ ਹੋ ਗਿਆ, ਤਾਕਤ ਆ ਗਈ, ਅੰਦਰੋਂ ਗਿਆਨ ਆ ਗਿਆ, ਕਰਮ ਕਾਂਡਾਂ ਦੇ ਬੰਧਨ ਛੁੱਟ ਜਾਣਗੇ। ਸਾਰਿਆਂ ਦੇ ਮਿਲਾਪ ਦਾ ਸਮਾਂ ਹੁਣ ਅਸੀਂ ਇਹ ਕੰਮ ਆਪਣੇ ਹੱਥੀਂ ਕਰਨਾ ਲੇਟ ਹੋ ਰਹੇ ਹਾਂ ਭਾਈ। ਬਚਪਨ ਦੇ ਵਿੱਚ ਹੋ ਜਾਵੇ, ਉਦੋਂ ਬਾਅਦ ਦਾ ਜੀਵਨ ਆ ਜਿਹੜਾ ਆਨੰਦਿਤ ਹੋਵੇਗਾ। ਜਦੋਂ ਇਹ ਕਾਰਜ ਹੋ ਗਿਆ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸੁਬਾਰੀ ਹੈ। ਸਤਿਗੁਰ ਕੈ ਜਨਮੈ ਗਬਨ ਮਟਾਇਆ। ਸਭਨਾ ਕਾ ਦਾਤਾ ਏਕ ਹੈ, ਇਹਦਾ ਮਤਲਬ ਸਾਰਿਆਂ ਕੋਲੇ ਚਾਂਸ ਆ, ਸਾਰਿਆਂ ਨੂੰ ਗੁਰੂ ਗਿਆਨ ਦੇ ਰਹੇ ਆ। ਹੋ ਸਕਦਾ ਅਸੀਂ ਉਹਨਾਂ ਤੋਂ ਵੀ, ਜਿਹੜੇ ਲੀੜੇ ਮੇਰੇ ਵਰਗੇ ਪਾਈ ਬੈਠੇ ਆ, ਉਹ ਬੱਚਿਓ ਤੁਸੀਂ ਤਾਂ ਸਾਤੋਂ ਵੀ ਅੱਗੇ ਨਿਕਲ ਸਕਦੇ ਹੋ। ਗੁਰੂ ਦੇ ਨਾਲ ਜੁੜੋ ਭਾਈ, ਗੁਰੂ ਦੇ ਨਾਲ ਜੁੜੋ। ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ, ਆਪੇ ਹੀ ਬਖਸ਼ਿਸ਼ਾਂ ਕਰਨ ਵਾਲਾ। ਬਸ ਇੱਕ ਵਾਰੀ ਬਖਸ਼ਿਸ਼ ਲੈਣ ਵਾਲੇ ਤਾਂ ਬਣੀਏ। ਕਹਿਣਾ ਕਿਛੂ ਨਾ ਜਾਵੇ, ਜਿਸ ਭਾਵੈ ਤਿਸ ਦੇ। ਇੱਥੇ ਭਾਈ ਸਿਫਾਰਿਸ਼ ਨਹੀਂ ਲੱਗਦੀ, ਇੱਕ ਧਿਆਨ ਰੱਖਿਓ ਗੱਲ ਦਾ। ਬਾਹਰੋਂ ਚਾਹੇ ਮਰਜ਼ੀ ਜਿੱਡਾ ਮਰਜ਼ੀ ਦੁਨੀਆ ਦਾ ਵੱਡਾ ਲੀਡਰ ਹੋਵੇ, ਸੰਤ ਹੋਵੇ, ਕੁਛ ਹੋਵੇ, ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ ਇੱਥੇ। ਕਹਿਣਾ ਕਿਛੂ ਨਾ ਜਾਵੇ, ਕੋਈ ਕੁਛ ਨਹੀਂ ਕਹਿ ਸਕਦਾ ਰੱਬ ਨੂੰ ਵੀ ਇਹਨੂੰ ਦਾਤ ਦੇ ਦੇ, ਇਹਨੂੰ ਨਾ ਦੇ ਦੇ, ਇਹਦੇ ਗੁਣ ਪੈਦਾ ਕਰ ਦੇ। ਨਹੀਂ,
ਇੱਕੋ ਹੀ ਸਭ ਵਾਸਤੇ ਚਾਂਦ ਹੈਗਾ। ਅਸੂਲ ਕਾਨੂੰਨ ਜਿਵੇਂ ਕਹਿ ਲਈਏ, ਪਰਮਾਤਮਾ ਦੇ ਨਿਯਮ ਆ ਨਾ ਗੁਰਮੁਖ ਪਿਆਰਿਓ, ਇਹ ਐਂ ਨਹੀਂ ਹੁੰਦੇ ਵੀ ਉਹਦੇ ਵਾਸਤੇ ਹੋਰ ਆ ਤੇ ਮੇਰੇ ਵਾਸਤੇ ਹੋਰ ਆ। ਨਹੀਂ, ਜੇ ਕੋਠੇ ਤੋਂ ਛਾਲ ਮਾਰਾਂਗੇ, ਭਾਵੇਂ ਧਰਮੀ ਛਾਲ ਮਾਰੇ ਉਹਦੇ ਵੀ ਸੱਟ ਵੱਜੂ, ਭਾਵੇਂ ਮਨਮੁਖ ਛਾਲ ਮਾਰੇ ਉਹਦੇ ਵੀ ਸੱਟ ਵੱਜੂ। ਇੱਕੋ ਹੀ ਅਸੂਲ ਆ ਸਾਰਿਆਂ ਵਾਸਤੇ। ਇੱਥੇ ਵੀ ਇੱਕੋ ਹੀ ਅਸੂਲ ਆ, ਜਿਸ ਭਾਵੈ ਤਿਸ ਦੇ। ਭਾਉਣ ਦਾ ਮਤਲਬ ਕੀ ਹੈ? ਜੇ ਤਿਸ ਭਾਵਾਂ, ਜੇ ਭਾ ਜਾਵਾਂ, ਭਾਵ ਕਿ ਆਪਾਂ ਬਾਪੂ ਨੂੰ ਕਿਵੇਂ ਭਾਉਂਦੇ ਆ? ਜੇ ਬਾਪੂ ਦੇ ਆਖੇ ਲੱਗ ਜਾਂਦੇ ਆ, ਬਾਪੂ ਦੇ ਕਹੇ ਤੋਂ ਜੋ ਬਾਪੂ ਕਹਿੰਦਾ ਉਹੀ ਕੰਮ ਕਰਦੇ ਆ ਤੇ ਭਾ ਜਾਂਦੇ ਆ। ਮਾਲਕ ਨੂੰ ਨੌਕਰ ਕਿਵੇਂ ਭਾਉਂਦਾ? ਜਦੋਂ ਨੌਕਰ ਉਹਦੇ ਆਖੇ ਲੱਗਦਾ। ਗੁਰੂ ਨੂੰ ਸਿੱਖ ਕਦੋਂ ਭਾਉਂਦਾ? ਜਦੋਂ ਸਿੱਖ ਗੁਰੂ ਦੇ ਕਹੇ ਮੁਤਾਬਕ ਚੱਲਦਾ ਤੇ ਫਿਰ ਭਾ ਜਾਂਦਾ। ਭਾ ਕੇ ਫਿਰ ਉੱਥੇ ਕੀ ਮਿਲਦਾ? ਫਿਰ ਇਹ ਨਾਮ ਦੀ ਦਾਤ ਮਿਲਦੀ ਹੈ। ਉੱਥੇ ਸਿਫਾਰਿਸ਼ ਨਹੀਂ ਕਿਸੇ ਦੀ ਵੀ ਚੱਲਦੀ, ਭਾਈ ਕਹਿਣਾ ਕਿਛੂ ਨਾ ਜਾਵੇ, ਜਿਸ ਭਾਵੈ ਤਿਸ ਦੇ। ਜਿਹੜਾ ਭਾ ਜਾਂਦਾ, ਜਿਹੜਾ ਆਪਣੇ ਆਪ ਨੂੰ ਸਵਾਰ ਲੈਂਦਾ, ਹੁਣ ਆਪਣੇ ਅੰਦਰ ਦੀ ਹਾਲਤ ਦਾ ਜਾਂ ਮੈਂ ਜਾਣ ਸਕਦਾ ਜਾਂ ਮੇਰਾ ਗੁਰੂ ਜਾਣ ਸਕਦਾ, ਤੀਜਾ ਤਾਂ ਕੋਈ ਨਹੀਂ ਜਾਣ ਸਕਦਾ। ਇਸ ਕਰਕੇ ਜਿਹੜਾ ਅੰਦਰੋਂ ਸਹੀ ਹੋ ਗਿਆ, ਜਿਹੜਾ ਅੰਦਰੋਂ ਜਿਹਦੀ ਭਾਵਨਾ ਬਣ ਗਈ, ਭਾ ਗਿਆ, ਤੇ ਉਹਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਭਾਈ ਨਾਨਕ ਗੁਰਮੁਖ ਪਾਈਐ, ਆਪੇ ਜਾਣੈ ਸੋਏ। ਅਖੀਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਤੀਜੇ ਨਾਨਕ ਜੀ, ਨਾਨਕ ਗੁਰਮੁਖ ਪਾਈਐ। ਭਾਈ ਗੁਰੂ ਦੇ ਨਾਲ ਜੁੜ ਕੇ ਇਹ ਨਾਮ ਦੀ ਦਾਤ, ਇਹ ਅਕਲ ਦੀ ਦਾਤ, ਇਹ ਗਿਆਨ ਦੀ ਦਾਤ, ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਆਪੇ ਜਾਣੈ ਸੋਏ। ਗੁਰਮੁਖ ਕੌਣ? ਮਨਮੁਖ ਕੌਣ? ਅਸੀਂ ਨਹੀਂ ਜਾਣ ਸਕਦੇ। ਆਪੇ ਜਾਣੈ ਸੋਏ, ਉਹ ਅੰਦਰਦਿਆਂ ਨੂੰ ਜਾਣਦਾ, ਅੰਦਰਲੀਆਂ ਬਿਰਤੀਆਂ ਨੂੰ। ਜਿਸ ਭਾਵਨਾ ਦੇ ਨਾਲ ਮਨੁੱਖ ਗੁਰੂ ਦੇ ਕੋਲ ਆਉਂਦਾ, ਉਹੀ ਭਾਵਨਾ ਉਹਦੀ ਪੂਰੀ ਹੋ ਜਾਂਦੀ ਹੈ। ਜਿੱਦੇ ਅਸੀਂ ਮਟੀਰੀਅਲ ਵਰਲਡ ਤੋਂ ਉੱਪਰ ਉੱਠ ਕੇ ਅਕਲ ਲੈਣ ਆਏ, ਗਿਆਨ ਲੈਣ ਆਏ, ਤਾਂ ਸਾਡੀ ਇਹ ਭਾਵਨਾ ਵੀ ਪੂਰੀ ਹੋ ਜਾਵੇਗੀ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਤੇ ਅਕਲੀ ਕੀਚੈ ਦਾਨ। ਅਕਲ ਪ੍ਰਾਪਤ ਕਰਨੀ ਸਭ ਤੋਂ ਵੱਡੀ ਗੱਲ ਹੈ। ਹੁਣ ਜੇ ਅਕਲ ਤੋਂ ਬਿਨਾਂ ਰੱਬ ਪਾਇਆ ਹੀ ਨਹੀਂ ਜਾ ਸਕਦਾ, ਜੇ ਕਿਹਾ ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਧਰਮ ਦੀ ਸ਼ੁਰੂਆਤ ਹੀ ਨਹੀਂ ਹੋ ਸਕਦੀ, ਫਿਰ ਮਹਾਰਾਜ ਅਕਲ ਕਿੱਥੋਂ ਲਈਏ, ਗਿਆਨ ਕਿੱਥੋਂ ਲਈਏ? ਤੇ ਆਓ ਉਹ ਗੁਰਮੁਖ ਪਿਆਰਿਓ, ਸਵੇਰੇ ਪ੍ਰਕਾਸ਼ ਹੋ ਕੇ ਗੁਰੂ ਸਾਹਿਬ ਤਾਂ ਐਂ ਬਾਹਾਂ ਕਰ ਲੈਂਦੇ ਆ। ਕਦੇ ਸੋਚੀਏ ਤਾਂ ਸਹੀ, ਕਦੇ ਅੰਦਰ ਨੂੰ ਜਾਈਏ ਤਾਂ ਸਹੀ, ਸਾਰੀ ਦਿਹਾੜੀ ਐਂ ਕਰੀ ਰੱਖਦੇ ਆ, ਪਰ ਸਾਡਾ ਟਾਈਮ ਨਹੀਂ ਲੱਗਦਾ। ਸ਼ਾਮ ਨੂੰ ਬਾਹਾਂ ਐਂ ਕਰ ਲੈਂਦੇ ਆ, ਸੁਖ ਆਸਨ ਕਰ ਦਿੰਦੇ ਆ। ਇਸੇ ਤਰ੍ਹਾਂ ਸਾਲਾਂ ਦੇ ਸਾਲ ਲੰਘੀ ਜਾਂਦੇ ਆ। ਇਸ ਕਰਕੇ ਭਾਈ ਰੱਟ ਹੋਵੋ, ਜਾਗੋ, ਨੀਂਦ 'ਚੋਂ ਜਾਗੋ। ਸਾਡੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਇਸ ਪਾਸੇ ਤੁਰੀਆਂ ਜਾ ਰਹੀਆਂ। ਜਿਹੜੇ ਰਸਤੇ 'ਤੇ ਕਰਮ ਕਾਂਡਾਂ ਦੇ ਰਸਤੇ 'ਤੇ ਅਸੀਂ ਜਾ ਰਹੇ ਹਾਂ, ਸਾਡੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਬਰਬਾਦ ਹੋ ਰਹੀਆਂ। ਇਸ ਕਰਕੇ ਜਾਗੋ, ਰੁਕੋ, ਸੁਣੋ, ਸਮਝੋ ਤੇ ਗਿਆਨ ਪ੍ਰਾਪਤ ਕਰੋ ਤੇ ਆਪਣਾ ਜਿਹੜਾ ਜੀਵਨ ਆ ਸਫਲ ਕਰੋ। ਭਾਈ ਇੱਕੋ ਇੱਕ ਤਰੀਕਾ ਗੁਰੂ ਦੇ ਨਾਲ ਜੁੜ ਕੇ ਆਪਣਾ ਇਹ ਅੰਦਰਲਾ ਕਾਰਜ ਕਰਨ ਦਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਆਪ ਵੀ ਗੁਰੂ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਸਭ ਤੋਂ ਵੱਡਾ ਇਹੀ ਗਿਆਨ ਆ। ਠੀਕ ਆ, ਬੱਚਿਆਂ ਨੂੰ ਤੁਸੀਂ ਆਪਣੀ ਪ੍ਰੋਪਰਟੀ ਜਾਇਦਾਦ ਦੇ ਕੇ ਤਾਂ ਜਾਣੀ ਆ, ਮੰਨਦਾ ਮੈਂ, ਸਾਰਿਆਂ ਨੂੰ ਦੇਣੀ ਚਾਹੀਦੀ ਆਪਣੇ ਆਪਣੇ ਬੱਚਿਆਂ ਨੂੰ, ਪਰ ਇੱਕ ਸਾਡਾ ਸਾਰਿਆਂ ਦਾ ਸਾਂਝਾ ਖਜ਼ਾਨਾ ਭਾਈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇ ਰਾਮਨ ਭਇਆ ਨਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ, ਵੱਧੋ ਜਾਈ, ਵੱਧੋ ਜਾਈ। ਇਹ ਗਿਆਨ ਵੱਧਦਾ ਜਾਂਦਾ ਸਾਹਿਬ ਮੇਰਾ, ਨੀਤ ਨਵਾਂ, ਨੀਤ ਨਵਾਂ, ਨਵੀਆਂ ਨਵੀਆਂ ਪੜਤਾਂ ਚੜ੍ਹਦੀਆਂ ਜਾਂਦੀਆਂ। ਸੋ ਬੇਨਤੀ ਹੈ ਭਾਈ ਗੁਰਬਾਣੀ ਨਾਲ ਜੁੜੀਏ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।